ਵਾਹਿਗੁਰੂ। ਸਾਹਿਬ ਜੀ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੇ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਹਰ ਗੁਣ ਪੜ੍ਹੀਐ ਹਰ ਗੁਣ ਗੁਣੀਐ। ਹਰ ਹਰ ਨਾਮ ਕਥਾ ਨਿਤ ਸੁਣੀਐ। ਹਰ ਹਰ ਨਾਮ ਕਥਾ ਨਿਤ ਸੁਣੀਐ। ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਬ੍ਰਹਿਮੰਡ ਦੇ ਬਾਦਸ਼ਾਹ, ਗਿਆਨ ਦੇ ਸਾਗਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਰੋਜ਼ਾਨਾ ਹੀ ਅਸੀਂ ਕੰਨ ਰਸ ਲੈਣ ਵਾਸਤੇ, ਬਾਣੀ ਜੈਸਾ ਸੁਭਾਅ ਬਣਾਉਣ ਵਾਸਤੇ ਗੁਰੂ ਕੇ ਚਰਨਾਂ ਵਿੱਚ ਜੁੜ ਕੇ ਉਦਮ ਕਰਦੇ ਹਾਂ। ਸੋ ਆਓ ਗੁਰਬਾਣੀ ਦੇ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਗੁਰੂ ਰਾਮਦਾਸ ਜੀ, ਉਹਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੋਇਆ ਹੈ, ਜੋ ਕਿ ਬੈਰਾੜੀ ਰਾਗ ਦੇ ਵਿੱਚ 719 ਅੰਗ ਤੋਂ ਆਰੰਭ ਹੋ ਕੇ 720 ਅੰਗ ਤੇ ਜਿਸ ਦੀ ਸਮਾਪਤੀ ਹੋ ਜਾਂਦੀ ਹੈ। ਗੁਰੂ ਰਾਮਦਾਸ ਜੀ ਨੇ ਇਸ ਸ਼ਬਦ ਦੇ ਅੰਦਰ ਸਾਨੂੰ ਇਹ ਸਮਝਾਇਆ ਹੈ ਕਿ ਦੁਨੀਆ ਦੇ ਵਿੱਚ ਜਦੋਂ ਅਸੀਂ ਵਿਚਰਦੇ ਹਾਂ, ਬੁਰੇ ਬੰਦਿਆਂ ਨੂੰ ਚੰਗੇ ਬੰਦੇ ਮਿਲਦੇ ਨੇ, ਚੰਗੇ ਬੰਦਿਆਂ ਨੂੰ ਬੁਰੇ ਬੰਦੇ ਮਿਲਦੇ ਨੇ। ਜਿਹੜੇ ਬੁਰੇ ਬੰਦੇ ਹੁੰਦੇ ਨੇ ਉਹ ਚੰਗਿਆਂ ਨੂੰ ਮਿਲ ਕੇ ਆਪਣਾ ਸੁਭਾਅ ਨਹੀਂ ਛੱਡਦੇ, ਉਹ ਬੁਰੇ ਹੀ ਰਹਿੰਦੇ ਨੇ। ਜਿੰਨਾ ਮਰਜ਼ੀ ਚਾਨਣ ਹੋਵੇ, ਕਾਲੀ ਚੀਜ਼ ਨੇ ਜਿਹੜੀ ਕਾਲੇ ਰੰਗ ਦੀ ਆ, ਕਾਲੀ ਹੋਈ ਰਹਿਣਾ। ਤੇ ਜਿੰਨਾ ਮਰਜ਼ੀ ਹਨੇਰਾ ਹੋਵੇ, ਸਫੇਦ ਰੰਗ ਦੀ ਚੀਜ਼ ਨੇ, ਚਿੱਟੇ ਰੰਗ ਦੀ ਚੀਜ਼ ਨੇ, ਚਿੱਟੀ ਹੋਈ ਰਹਿਣਾ। ਬੁਰੇ ਬੰਦੇ ਜਦੋਂ ਮਾੜੇ ਬੰਦਿਆਂ ਨੂੰ ਮਿਲਦੇ ਨੇ ਤੇ ਆਪਣਾ ਸੁਭਾਅ ਨਹੀਂ ਛੱਡਦੇ, ਬੁਰੇ ਹੀ ਰਹਿੰਦੇ ਨੇ। ਪਰ ਚੰਗੇ ਬੰਦੇ ਬੁਰੇ ਬੰਦਿਆਂ ਨੂੰ ਮਿਲ ਕੇ ਆਪਣਾ ਸੁਭਾਅ ਛੱਡ ਦਿੰਦੇ ਨੇ, ਬੁਰੇ ਬਣ ਜਾਂਦੇ ਨੇ। ਹੁਣ ਇੱਥੇ ਗੁਰਮੁਖ ਦਾ ਜ਼ਿਕਰ ਹੈ, ਹਰ ਜਨ ਰਾਮ ਨਾਮ ਗੁਣ ਗਾਵੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਬੈਰਾੜੀ ਮਹੱਲਾ ਚੌਥਾ। ਗੁਰੂ ਰਾਮਦਾਸ ਜੀ ਕਹਿੰਦੇ ਨੇ, ਰੱਬ ਦਾ ਪਿਆਰਾ ਬੁਰੇ ਬੰਦੇ ਜਿੰਨੇ ਉਹਨੂੰ ਮਰਜ਼ੀ ਮਿਲ ਜਾਣ, ਪਰ ਉਹ ਆਪਣਾ ਸੁਭਾਅ ਜਿਹੜਾ ਹੈ ਉਹ ਨਹੀਂ ਛੱਡਦਾ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਜੇ ਕੋਈ ਬੁਰਾ ਬੰਦਾ ਗੁਰਮੁਖ ਦੀ ਨਿੰਦਿਆ ਵੀ ਕਰਦਾ ਹੈ ਤਾਂ ਆਪਣਾ ਗੁਣ ਨਾ ਗਵਾਵੇ। ਉਹਦੇ ਬਚਨਾਂ ਨੂੰ ਸੁਣ ਕੇ, ਉਹਦੀ ਬੋਲ ਬਾਣੀ ਸੁਣ ਕੇ ਆਪਣੇ ਗੁਣ ਨੂੰ ਨਹੀਂ ਗਵਾਉਂਦਾ,
ਉਹਦਾ ਸੁਭਾਅ ਉੱਦਾਂ ਹੀ ਰਹਿੰਦਾ ਹੈ। ਇੱਕ ਗਾਥਾ ਪੜ੍ਹ ਰਿਹਾ ਸੀ ਮੈਂ, ਬਹੁਤ ਸੁੰਦਰ ਆ, ਤੁਹਾਨੂੰ ਹੋਰ ਸਮਝ ਆਊਗੀ ਇਹਦੇ ਨਾਲ। ਮਹਾਂਪੁਰਸ਼ ਸਨ ਇੱਕ ਰੱਬ ਦੇ ਪਿਆਰੇ, ਭਿਕਸ਼ੂ ਸਨ, ਉਹਨਾਂ ਦੇ ਨਾਲ ਉਹਨਾਂ ਦੇ ਚੇਲੇ ਜਾ ਰਹੇ ਸੀ ਤੇ ਇੱਕ ਨਦੀ ਦੇ ਕਿਨਾਰੇ ਰੁਕੇ ਨੇ। ਨਦੀ ਦੇ ਵਿੱਚ ਇੱਕ ਬਿੱਛੂ ਡੁੱਬ ਰਿਹਾ ਸੀ ਤੇ ਮਹਾਤਮਾ ਜੀ ਨੇ ਸੋਚਿਆ ਉਹਨੂੰ ਮੈਂ ਬਚਾ ਲਵਾਂ। ਉਸ ਬਿੱਛੂ ਨੂੰ ਬਚਾਉਣ ਲਈ ਉਹਨਾਂ ਨੇ ਬੜੇ ਢੰਗ, ਉਦਮ ਤੇ ਉਪਰਾਲੇ ਕਰਨੇ ਸ਼ੁਰੂ ਕਰ ਦਿੱਤੇ। ਬਾਹਰ ਕੱਢਿਆ ਉਹਨੂੰ। ਜਦੋਂ ਹੀ ਬਾਹਰ ਕੱਢਿਆ ਤੇ ਉਹਨੇ ਡੰਗ ਮਾਰਨਾ ਸ਼ੁਰੂ ਕੀਤਾ। ਫਿਰ ਉਹ ਪਾਣੀ 'ਚ ਡਿੱਗ ਪਿਆ, ਹੱਥੋਂ ਛੁੱਟ ਗਿਆ। ਫਿਰ ਬਾਹਰ ਕੱਢਿਆ, ਕਈ ਦਫਾ ਇਵੇਂ ਹੁੰਦਾ ਰਿਹਾ। ਫਿਰ ਉਹਨੇ ਡੰਗ ਮਾਰਿਆ ਤਾਂ ਭਿਕਸ਼ੂ ਕਹਿਣ ਲੱਗੇ, ਮਹਾਤਮਾ ਜੀ ਦੇਖੋ, ਤੁਸੀਂ ਇਹਨੂੰ ਬਾਹਰ ਕੱਢ ਰਹੇ ਹੋ, ਪਾਣੀ ਵਿੱਚੋਂ ਇਹਦੀ ਜਾਨ ਬਚਾ ਰਹੇ ਹੋ, ਇਹ ਉਲਟਾ ਤੁਹਾਨੂੰ ਡੰਗ ਮਾਰ ਰਿਹਾ। ਤੁਸੀਂ ਇਹਦੀ ਜਾਨ ਬਚਾਉਣੀ ਛੱਡ ਦਿਓ, ਰਹਿਣ ਦਿਓ, ਮਰਦਾ ਹੈ ਮਰ ਲੈਣ ਦਿਓ। ਮਹਾਤਮਾ ਜੀ ਕਹਿੰਦੇ ਨਹੀਂ, ਇਹ ਆਪਣਾ ਸੁਭਾਅ ਨਹੀਂ ਛੱਡਦਾ ਤੇ ਮੈਂ ਕਿਉਂ ਆਪਣਾ ਸੁਭਾਅ ਛੱਡਾਂ। ਮੇਰਾ ਕੰਮ ਹੈ ਇਹਦੀ ਜਾਨ ਬਚਾਉਣਾ, ਇਹਦਾ ਕੰਮ ਹੈ ਜਾਨ ਲੈਣਾ ਦੂਜਿਆਂ ਦੀ, ਡੰਗ ਮਾਰਨਾ, ਕਿਸੇ ਨੂੰ ਤਕਲੀਫ ਦੇਣੀ। ਇਹ ਆਪਣਾ ਸੁਭਾਅ ਨਹੀਂ ਛੱਡ ਰਿਹਾ, ਮੈਂ ਆਪਣਾ ਸੁਭਾਅ ਇਹਨੂੰ ਮਿਲ ਕੇ ਕਿਵੇਂ ਛੱਡਦਾ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਬੁਰੇ ਬੰਦਿਆਂ ਨੂੰ ਮਿਲ ਕੇ ਕਈ ਵਾਰ ਅਸੀਂ ਉਹਨਾਂ ਵਰਗਾ ਵਿਵਹਾਰ ਕਰਨ ਲੱਗ ਜਾਂਦੇ ਹਾਂ, ਬੁਰੇ ਬਣ ਜਾਂਦੇ ਹਾਂ। ਚੰਗੇ ਬੰਦੇ, ਰੱਬ ਦੇ ਪਿਆਰੇ, ਗੁਰਮੁਖ ਪਿਆਰੇ, ਉਹ ਨਹੀਂ ਐਵੇਂ ਕਰਦੇ। ਉਹ ਕਹਿੰਦੇ ਇਹਦਾ ਸੁਭਾਅ ਉਹਨੂੰ ਮੁਬਾਰਕ, ਡੰਗ ਮਾਰਨਾ ਉਹਦਾ ਸੁਭਾਅ ਉਹਨੂੰ ਮੁਬਾਰਕ, ਮੇਰਾ ਸੁਭਾਅ ਥੋੜ੍ਹੀ ਉਵੇਂ ਆ। ਮੈਂ ਇੱਕ ਹੋਰ ਗਾਥਾ ਪੜ੍ਹ ਰਿਹਾ ਸੀ, ਇਹਦੇ ਨਾਲ ਹੀ ਰਿਲੇਟਡ ਹੈ। ਸ਼ੇਖ ਸਾਦੀ ਜੀ ਦੀ ਇੱਕ ਕਿਤਾਬ ਹੈ ਬੋਸਤਾਂ, ਉਹਦੇ ਵਿੱਚ ਬੜੀਆਂ ਕਹਾਣੀਆਂ ਲਿਖੀਆਂ ਨੇ, ਔਰ ਸੋਹਣੀਆਂ ਸੋਹਣੀਆਂ, ਰੱਬ ਦੇ ਪਿਆਰੇ ਨੇ ਉਹ ਵੀ। ਇੱਕ ਦਿਨ ਇੱਕ ਛੋਟੀ ਬੱਚੀ ਦੇ ਪਿਤਾ ਜੀ ਬਾਜ਼ਾਰ 'ਚ ਜਾ ਰਹੇ ਸੀ ਤੇ ਇੱਕ ਕੁੱਤੇ ਨੇ ਉਹਨਾਂ ਨੂੰ ਕੱਟ ਲਿਆ, ਕੁੱਕਰ ਨੇ ਵੱਢ ਲਿਆ। ਬੜੀ ਪੀੜਾ ਹੋਈ। ਘਰ ਵਿੱਚ ਆਏ, ਜਦੋਂ ਛੋਟੀ ਬੱਚੀ ਦੇਖਦੀ ਆ ਬੇਟੀ ਕਿ ਮੇਰੇ ਪਿਤਾ ਜੀ ਨੂੰ ਕੀ ਹੋ ਗਿਆ, ਖੂਨ ਨਿਕਲ ਰਿਹਾ, ਪੁੱਛਦੀ ਆ ਪਿਤਾ ਜੀ ਤੁਹਾਨੂੰ ਕੀ ਹੋ ਗਿਆ। ਕਹਿਣ ਲੱਗੇ ਮੈਨੂੰ ਰਸਤੇ ਵਿੱਚ ਨਾ ਇੱਕ ਕੁੱਕਰ ਨੇ ਕੱਟ ਲਿਆ। ਕੁੱਕਰ ਕੁੱਤੇ ਨੂੰ ਕਹਿੰਦੇ ਨੇ। ਕਹਿਣ ਲੱਗੀ ਪਿਤਾ ਜੀ ਤੇ ਫਿਰ ਤੁਸੀਂ ਵੀ ਉਹਦੇ ਦੰਦੀ ਵੱਢਣੀ ਸੀ, ਜੇ ਉਹਨੇ ਦੰਦੀ ਵੱਢੀ ਤੁਹਾਡੇ, ਤੇ ਤੁਸੀਂ ਵੀ ਅਦਲੇ ਦਾ ਬਦਲਾ ਲੈਣਾ ਸੀ, ਤੁਸੀਂ ਵੀ ਉਹਨੂੰ ਕੱਟ ਲੈਣਾ ਸੀ। ਹੱਸ ਕੇ ਕਹਿਣ ਲੱਗੇ ਪੁੱਤਰੀ, ਉਹ ਕੁੱਕਰ ਆ, ਉਹਦਾ ਸੁਭਾਅ ਹੈ ਦੰਦ ਮਾਰਨੇ, ਕੱਟਣਾ। ਆਪਾਂ ਮਨੁੱਖ ਹਾਂ, ਆਪਣਾ ਸੁਭਾਅ ਥੋੜ੍ਹੀ ਹੈ ਕਿਸੇ ਦੇ ਦੰਦ ਮਾਰਨੇ। ਇਸ ਕਰਕੇ ਉਹਨੇ ਆਪਣਾ ਸੁਭਾਅ ਦਿਖਾਇਆ, ਉਹਨੇ ਸਾਡੇ ਦੰਦੀ ਵੱਢੀ ਆ ਮੇਰੇ, ਤੇ ਮੈਂ ਉਹਦੇ ਕਿਵੇਂ ਵੱਢ ਸਕਦਾ ਹਾਂ, ਇਹ ਉਹਦਾ ਸੁਭਾਅ। ਇੱਦਾਂ ਦੇ ਗੁਰਮੁਖ ਹੁੰਦੇ ਨੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਕੁੱਤਾ ਸਾਡੇ ਨੂੰ ਦੰਦੀ ਵੱਢ ਲਵੇ, ਕੱਟ ਲਵੇ, ਕੁੱਕਰ ਕੇ ਕਾਟਤ ਕਲੇਵਰੇ ਲਾਗੇ ਛੋਤ, ਕਾਟਤ ਸਰੀਰ ਪੀਰ ਧੀਰ ਨਾ ਧਰਤ ਹੈ। ਅਸੀਂ ਥੋੜ੍ਹੇ ਉਹਦੇ ਫਿਰ ਦੰਦੀ ਵੱਢਾਂਗੇ ਜਾ ਕੇ, ਉਹ ਕੁੱਤਾ ਹੈ, ਅਸੀਂ ਮਨੁੱਖ ਹਾਂ। ਇੱਦਾਂ ਹੀ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਨੇ, ਜਿਹੜਾ ਵੀ ਹਰੀ ਦਾ ਜਨ ਰਾਮ ਨਾਮ ਗੁਣ ਗਾਵੇ। ਰੱਬ ਦੇ ਪਿਆਰਿਆਂ ਦੇ ਗੁਣ ਗਾਉਂਦਾ ਹੈ, ਰੱਬ ਦੇ ਪਿਆਰਿਆਂ ਦੀ ਬੰਦਗੀ ਕਰਦਾ ਹੈ, ਰੱਬ ਦੀ ਬੰਦਗੀ ਕਰਦਾ ਹੈ, ਰੱਬ ਦੇ ਪਿਆਰਿਆਂ ਦੀ ਸੰਗਤ ਕਰਦਾ ਹੈ, ਤਾਂ ਉਹ ਆਪਣਾ ਗੁਣ ਨਹੀਂ ਛੱਡਦਾ, ਆਪਣਾ ਗੁਣ ਨਾ ਗਵਾਵੇ। ਕੋਈ ਵੀ ਉਹਨੂੰ ਆ ਕੇ ਮਿਲ ਜਾਵੇ, ਬੁਰੇ ਬੰਦੇ ਮਿਲ ਜਾਣ, ਸਾਕਤ ਬੰਦੇ ਮਿਲ ਜਾਣ, ਤੇ ਉਹ ਆਪਣਾ ਸੁਭਾਅ ਨਹੀਂ ਛੱਡੇਗਾ। ਦੇਹੋ ਬੱਗਾ ਤੱਪੇ ਘਣਾ, ਕਾਲਿਆਂ ਕਾਲੇ ਵਨ। ਚਿੱਟੀਆਂ ਚੀਜ਼ਾਂ ਚਿੱਟੀਆਂ ਹੀ ਰਹਿੰਦੀਆਂ ਨੇ,
ਜਿੰਨਾ ਮਰਜੀ ਹਨੇਰਾ ਹੋਵੇ। ਸੰਤ ਨੇ ਸੰਤ ਹੀ ਰਹਿਣਾ, ਜਿੰਨੇ ਮਰਜੀ ਉਹਨੂੰ ਮਾੜੇ ਬੰਦੇ ਮਿਲ ਜਾਣ। ਜਿਹੜਾ ਪੂਰਨ ਸੰਤ ਹੋਵੇਗਾ, ਪੂਰਾ ਗੁਰੂ ਹੋਵੇਗਾ, ਉਹ ਨਹੀਂ ਬਦਲੇਗਾ। ਧੀਰ ਮੱਲ ਗੁਰੂ ਅਰਜਨ ਦੇਵ ਜੀ ਨੂੰ ਮਿਲਿਆ ਆ ਕੇ, ਨਾਲ ਹੀ ਸਾਰੀ ਜ਼ਿੰਦਗੀ ਕੱਢੀ ਆ। ਗੁਰੂ ਅਰਜਨ ਦੇਵ ਜੀ ਨੇ ਉਹਦਾ ਸੁਭਾਅ ਨਹੀਂ ਕਬੂਲਿਆ। ਇੱਦਾਂ ਹੀ ਗੁਰੂ ਸਾਹਿਬ ਜੀ ਦੇ ਨਾਲ ਪ੍ਰਿਥੀ ਚੰਦ ਆ ਕੇ ਮਿਲਿਆ ਗੁਰੂ ਅਰਜਨ ਦੇਵ ਜੀ ਨੂੰ, ਆਪਣਾ ਸੁਭਾਅ ਨਹੀਂ ਬਦਲਿਆ। ਧੀਰ ਮੱਲ 7ਵੇਂ ਪਾਤਸ਼ਾਹ ਜੀ ਨੂੰ ਆ ਕੇ ਮਿਲਿਆ, ਈਰਖਾ ਕੀਤੀ, ਗੁਰੂ ਸਾਹਿਬ ਨੇ ਆਪਣਾ ਸੁਭਾਅ ਨਹੀਂ ਬਦਲਿਆ। ਗੁਰੂ ਹਰਿ ਰਾਏ ਜੀ ਨੇ ਸੰਤ ਨਾ ਛਾੜੈ ਸੰਤਈ, ਜੋ ਕੋਟਕ ਮਿਲੇ ਅਸੰਤ। ਸੰਤ ਆਪਣਾ ਸੰਤਪੁਣਾ ਨਹੀਂ ਛੱਡਦਾ, ਭਾਵੇਂ ਕਿੰਨੇ ਹੀ ਕਰੋੜਾਂ ਸਾਕਤ ਬੰਦੇ, ਰੱਬ ਨਾਲੋਂ ਟੁੱਟੇ ਹੋਏ ਬੰਦੇ ਉਹਨੂੰ ਮਿਲਦੇ ਨੇ। ਸੰਤ ਸਾਧੂ ਜਨ ਆਪਣਾ ਸੁਭਾਅ ਨਹੀਂ ਛੱਡਦੇ। ਮਲਿਆਗਰ ਭੁਯੰਗਮ ਵੇਢਿਓ, ਤਾਂ ਸੀਤਲਤਾ ਨਾ ਤਜੰਤ। ਜਿਵੇਂ ਕਿ ਚੰਦਨ ਦਾ ਬੂਟਾ ਹੁੰਦਾ, ਉਹਦੇ ਇਰਦ ਗਿਰਦ ਨਾ ਬਹੁਤ ਸਾਰੇ ਸੱਪ ਆ ਕੇ ਲਿਪਟਦੇ ਨੇ ਕਿ ਸਾਨੂੰ ਠੰਡਕ ਮਹਿਸੂਸ ਹੋਵੇ। ਚੰਦਨ ਦਾ ਬੂਟਾ ਉਹਨਾਂ ਨੂੰ ਤਾਂ ਠੰਡਕ ਦਿੰਦਾ, ਪਰ ਉਹਨਾਂ ਦੀ ਜ਼ਹਿਰ ਨਹੀਂ ਕਬੂਲਦਾ। ਮਲਿਆਗਰ ਭੁਯੰਗਮ ਵੇਢਿਓ, ਤਾਂ ਸੀਤਲਤਾ ਨਾ ਤਜੰਤ। ਇੱਦਾਂ ਦੇ ਸਾਧੂ ਸੰਤ ਹੁੰਦੇ ਨੇ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਆਪਣਾ ਸੁਭਾਅ ਨਹੀਂ ਛੱਡਦੇ। ਬੁਰੇ ਬੰਦੇ ਨੂੰ ਮਿਲਣ ਤੇ ਰੱਬ ਦੇ ਪਿਆਰੇ। ਅੱਗੇ ਪੰਗਤੀ ਹੈ, ਜੋ ਕਿਛ ਕਰੇ ਸੋ ਆਪੇ ਸੁਆਮੀ, ਹਰ ਆਪੇ ਕਾਰ ਕਰਾਵੇ। ਜੋ ਕਿਛ ਧਰਤੀ ਤੇ ਹੋ ਰਿਹਾ, ਇਹਦਾ ਕਰਤਾ ਧਰਤਾ ਵਾਹਿਗੁਰੂ ਹੈ। ਇਹ ਸਭ ਤਮਾਸ਼ੇ ਨੂੰ ਰਚਣ ਵਾਲਾ, ਕੀਆ ਖੇਲ ਬੜ ਮੇਲ ਤਮਾਸ਼ਾ, ਵਾਹਿਗੁਰੂ ਤੇਰੀ ਸਭ ਰਚਨਾ। ਇਹ ਵਾਹਿਗੁਰੂ ਦੀ ਹੀ ਰਚਨਾ ਹੈ ਪਿਆਰਿਓ। ਹਰ ਆਪੇ ਹੀ ਮਤ ਦੇਵੈ ਸੁਆਮੀ, ਤੇ ਮਤ ਦੇਣ ਵਾਲਾ ਵੀ ਉਹ ਆਪ ਹੀ ਆ। ਹਰ ਆਪੇ ਬੋਲ ਬੁਲਾਵੇ। ਮਿੱਠਾ ਬੋਲਣਾ ਕਿਵੇਂ ਸਿਖਾਉਣਾ ਕਿਸੇ ਨੂੰ, ਕਿਹਨੂੰ ਜ਼ੁਬਾਨ ਰਸੀਲੀ ਦੇਣੀ ਆ, ਇਹ ਵਾਹਿਗੁਰੂ ਦੇ ਹੱਥ ਆ। ਹਰ ਆਪੇ ਪੰਚ ਤਤ ਵਿਸਥਾਰਾ, ਵਿੱਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੇ। ਪੰਜ ਤੱਤਾਂ ਨੂੰ ਇਕੱਠਾ ਕਰਕੇ, ਜਿਨ੍ਹਾਂ ਦੀ ਕੋਈ ਵੀ ਇੱਕ ਦੂਜੇ ਨਾਲ ਮੈਚਿੰਗ ਨਹੀਂ ਹੈਗੀ, ਹਵਾ, ਪਾਣੀ, ਅਗਨੀ, ਆਕਾਸ਼, ਇਹਨਾਂ ਦੀ ਕੋਈ ਇੱਕ ਦੂਜੇ ਨਾਲ ਮੇਲ ਨਹੀਂ ਹੈਗਾ, ਪਰ ਰੱਬ ਨੇ ਇਹਨਾਂ ਨੂੰ ਇਕੱਠਾ ਕਰਕੇ ਗੁੰਨ ਕੇ ਇਨਸਾਨ ਬਣਾਏ ਆ। ਪੰਜ ਤੱਤਾਂ ਦੇ ਵਿੱਚ ਧਾਤੂ ਪੰਚ ਆਪ ਪਾਵੇ, ਤੇ ਪੰਜੇ ਹੀ ਵਿੱਚ ਵਾਸ਼ਨਾਵਾਂ, ਕ੍ਰੋਧ, ਹੰਕਾਰ, ਲੋਭ, ਲਾਲਚ, ਆਸਾ, ਤ੍ਰਿਸ਼ਨਾ, ਇਹ ਚੀਜ਼ਾਂ ਵੀ ਸਾਰੀਆਂ ਵਿੱਚ ਹੀ ਪਈਆਂ ਨੇ। ਜਨ ਨਾਨਕ ਸਤਿਗੁਰ ਮੇਲੇ ਆਪੇ, ਹਰ ਆਪੇ ਝਗਰ ਚੁਕਾਵੇ। ਗੁਰੂ ਦੀ ਕਿਰਪਾ ਹੁੰਦੀ ਆ, ਗੁਰਮੁਖਾਂ ਨਾਲ ਮੇਲ ਹੁੰਦਾ, ਆਪੇ ਹੀ ਬੰਦੇ ਦੇ ਜਿਹੜੇ ਝਗੜੇ ਨੇ ਨਾ, ਉਹ ਅੰਦਰੋਂ ਦੂਰ ਹੁੰਦੇ ਨੇ, ਕਲੇਸ਼ ਦੂਰ ਹੁੰਦੇ ਨੇ, ਜਦੋਂ ਗੁਰੂ ਦੀ ਰਹਿਮਤ ਹੋ ਜਾਂਦੀ ਹੈ, ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਸੋ ਗੁਰੂ ਪਿਆਰਿਓ, ਗੁਰੂ ਰਾਮਦਾਸ ਜੀ ਇਹ ਕਹਿ ਰਹੇ ਨੇ ਦਰਅਸਲ ਕਿ ਜਦੋਂ ਅਸੀਂ ਸੰਗਤ ਕਰਦੇ ਹਾਂ, ਸੰਗਤ ਵਿੱਚ ਰੋਜ਼ਾਨਾ ਹੀ ਆਉਂਦੇ ਹਾਂ, ਉਦੋਂ ਭਾਵੇਂ ਸਾਨੂੰ ਜਿੰਨੇ ਮਰਜ਼ੀ ਸਾਕਤ ਬੰਦੇ ਮਿਲ ਜਾਣ, ਉਹਨਾਂ ਦਾ ਕੋਈ ਸਾਡੇ 'ਤੇ ਅਸਰ ਨਹੀਂ ਹੁੰਦਾ। ਜਦੋਂ ਅਸੀਂ ਸੰਗਤ ਕਰਨੀ ਛੱਡ ਦਿੰਦੇ ਹਾਂ, ਉਦੋਂ ਬੁਰੇ ਬੰਦਿਆਂ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ, ਅਸੀਂ ਵੀ ਬੁਰੇ ਬਣ ਜਾਂਦੇ ਹਾਂ। ਜਦੋਂ ਤੁਸੀਂ ਰੋਜ਼ ਸੰਗਤ ਕਰੋਗੇ ਤੇ ਤੁਹਾਨੂੰ ਬੁਰਾ ਬੰਦਾ ਮਿਲ ਵੀ ਗਿਆ ਕੋਈ, ਉਹ ਤੁਹਾਡੇ 'ਤੇ ਪ੍ਰਭਾਵ ਨਹੀਂ ਪਾ ਸਕੂਗਾ। ਪਰ ਜਦੋਂ ਤੁਸੀਂ ਸੰਗਤ ਨਹੀਂ ਕਰੋਗੇ, ਬੁਰਾ ਬੰਦਾ ਮਿਲ ਜੇਗਾ, ਉਹ ਆਪਣਾ ਪ੍ਰਭਾਵ ਪਾ ਕੇ ਤੁਹਾਨੂੰ ਵੀ ਬੁਰਾ ਬਣਾ ਦੇਵੇਗਾ। ਸੰਗਤ ਤੁਹਾਨੂੰ ਇਹੋ ਜਿਹੀ ਚੀਜ਼ ਹੈ, ਪਹਿਲੀ ਗੱਲ ਤਾਂ ਇਹ ਬੁਰੇ ਬੰਦਿਆਂ ਕੋਲ ਜਾਣ ਹੀ ਨਹੀਂ ਦਿੰਦੀ।
ਇਹ ਕਹਿੰਦੀ ਆ ਵੀ ਇਹਨਾਂ ਤੋਂ ਦੂਰ ਰਹੋ। ਪਰ ਜੇ ਕਿਤੇ ਬਾਏ ਚਾਂਸ ਮਿਲ ਵੀ ਜਾਵੇ ਤੇ ਉਹ ਤੁਹਾਡੇ ਤੇ ਪ੍ਰਭਾਵ ਨਹੀਂ ਪਾ ਸਕੇਗਾ ਆਪਣਾ। ਇਹ ਸੰਗਤ ਦੀ ਸੋਭਾ ਹੈ। ਭਾਈ ਗੁਰਦਾਸ ਜੀ ਇਹਨੂੰ ਇਉਂ ਕਹਿੰਦੇ ਨੇ, ਕਹਿੰਦੇ ਕੋਇਲਾ ਸੀਤਲ ਕਰ ਕਰਤ ਸਿਆਮ ਗ੍ਰਹਿ, ਪਰਸ ਤਪਤ ਪਰ ਦਗਧ ਕਰਤ ਹੈ। ਕਾਲੇ ਰੰਗ ਦਾ ਕੋਲਾ ਹੁੰਦਾ, ਗਰਮ ਕਰੋ ਤੇ ਤਲੀ ਤੇ ਰੱਖੋ ਆਪਣੇ, ਤੇ ਤਲੀ ਨੂੰ ਸਾੜ ਦੂਗਾ, ਹੱਥ ਮੱਚ ਜਾਵੇਗਾ। ਠੰਡਾ ਕੋਲਾ ਰੱਖੋ ਤੇ ਉਹ ਕਾਲਾ ਕਰ ਦੇਵੇਗਾ ਹੱਥ ਨੂੰ, ਤਲੀ ਨੂੰ। ਗਰਮ ਕੋਲਾ ਰੱਖੋਗੇ ਤੇ ਤਲੀ ਮਚਾ ਦੂਗਾ, ਠੰਡਾ ਰੱਖੋਗੇ ਤੇ ਤਾਂ ਵੀ ਨੁਕਸਾਨ ਹੀ ਆ, ਕਾਲਾ ਕਰ ਦੇਗਾ ਹੱਥ ਨੂੰ। ਧੋਣੇ ਪੈਣਗੇ ਹੱਥ, ਵਾਸ਼ ਕਰਨੇ ਪੈਣਗੇ। ਕੋਇਲਾ ਸੀਤਲ ਕਰ ਕਰਤ ਸਿਆਮ ਗਹੇ, ਪਰਸ ਤਪਤ ਪਰ ਦਗਧ ਕਰਤ ਹੈ। ਕੂਕਰ ਕੇ ਕਾਟਤ ਕਲੇਵਰੇ ਲਾਗੈ ਛੋਤ, ਕਾਟਤ ਸਰੀਰ ਪੀਰ ਧੀਰ ਨਾ ਧਰਤ ਹੈ। ਭਾਈ ਗੁਰਦਾਸ ਜੀ ਕਹਿੰਦੇ ਐਵੇਂ ਕੁੱਤਾ ਹੁੰਦਾ ਘਰ ਵਿੱਚ ਰੱਖਿਆ, ਜਾਂ ਬਾਹਰ ਅਵਾਰਾ ਜਿਹੜੇ ਹੁੰਦੇ ਨੇ, ਜੇ ਉਹ ਆ ਕੇ ਪਿਆਰ ਦੇ ਨਾਲ ਚੱਟ ਲਵੇ ਬੰਦੇ ਨੂੰ ਤੇ ਨਹਾਉਣਾ ਪੈਂਦਾ ਹੈ, ਤੇ ਉਹ ਫਿਰ ਵੀ ਆਪਾਂ ਨੂੰ ਸਾਫ਼ ਸਫਾਈ ਕਰਨੀ ਪੈਂਦੀ ਹੈ। ਕਈ ਲਾਡ ਕਰਦੇ ਨੇ ਕੁੱਤੇ ਜਿਹੜੇ ਘਰਾਂ 'ਚ ਰੱਖੇ ਨੇ, ਤੇ ਇੱਦਾਂ ਜੀਭ ਫੇਰਦੇ ਨੇ ਹੱਥਾਂ ਤੇ ਪਿੰਡੇ ਤੇ, ਤਾਂ ਫਿਰ ਨਹਾਉਣਾ ਪੈਂਦਾ ਹੈ। ਗੁੱਸੇ ਵਿੱਚ ਹੋਣ ਤੇ ਕੱਟ ਲੈਣ, ਫਿਰ ਵੈਦ ਕੋਲੇ ਜਾਣਾ ਪੈਂਦਾ, ਟੀਕੇ ਲਵਾਉਣੇ ਪੈਂਦੇ ਨੇ, ਦਵਾਈ ਲੈਣੀ ਪੈਂਦੀ ਹੈ। ਕੂਕਰ ਕੇ ਕਾਟਤ, ਕੁੱਤੇ ਦੇ ਕੱਟਿਆਂ ਵੀ ਦੁੱਖ ਹੈ ਬੰਦੇ ਨੂੰ, ਤੇ ਕੁੱਤੇ ਦੇ ਚੱਟਿਆਂ ਵੀ ਨਹਾਉਣਾ ਹੀ ਪੈਂਦਾ ਹੈ। ਅੱਗੇ ਕਹਿੰਦੇ ਨੇ ਫੂਟਤ ਜਿਉ ਗਾਗਰ, ਪਰਤ ਹੀ ਪਖਾਨ ਪਹਿ, ਪਾਹਨ ਪਰਤ ਪੁਨ ਗਾਗਰ ਹਰਤ ਹੈ। ਚਾਹੇ ਤਾਂ ਘੜੇ ਨੂੰ ਚੁੱਕ ਕੇ ਪੱਥਰ ਤੇ ਸੁੱਟ ਦੋ, ਚਾਹੇ ਪੱਥਰ ਨੂੰ ਚੁੱਕ ਕੇ ਘੜੇ ਤੇ ਸੁੱਟ ਦੋ, ਟੁੱਟਣਾ ਘੜੇ ਨਹੀਂ ਆ। ਭਾਈ ਗੁਰਦਾਸ ਜੀ ਕਹਿੰਦੇ ਚਾਹੇ ਤਾਂ ਪੱਥਰ ਚੁੱਕ ਕੇ ਘੜੇ ਤੇ ਸੁੱਟੋ, ਤੇ ਚਾਹੇ ਘੜਾ ਚੁੱਕ ਕੇ ਪੱਥਰ ਤੇ ਸੁੱਟੋ, ਟੁੱਟਣਾ ਘੜੇ ਨਹੀਂ ਹੁੰਦਾ ਹੈ। ਐਵੇਂ ਹੀ ਤੈਸੇ ਹੀ ਅਸਾਧ ਸੰਗ ਪ੍ਰੀਤ ਹੂੰ ਵਿਰੋਧ ਬੁਰੋ, ਲੋਕ ਪਰਲੋਕ ਦੁਖ ਦੋਖ ਨਾ ਟਰਤ ਹੈ। ਜਿਸ ਪ੍ਰਕਾਰ ਠੰਡਾ ਕੋਲਾ ਹੱਥ ਕਾਲਾ ਕਰਦਾ ਹੈ, ਤੱਤਾ ਕੋਲਾ ਤਲੀ ਸਾੜ ਦਿੰਦਾ ਹੈ। ਕੁੱਤਾ ਪਿਆਰ ਨਾਲ ਚੱਟ ਜੇ ਤਾਂ ਵੀ ਨਹਾਉਣਾ ਪੈਂਦਾ, ਗੁੱਸੇ ਨਾਲ ਕੱਟ ਜੇ ਟੀਕੇ ਲਵਾਉਣੇ ਪੈਂਦੇ ਨੇ। ਘੜਾ ਚੱਕ ਕੇ ਪੱਥਰ ਤੇ ਸੁੱਟੋ, ਚਾਹੇ ਪੱਥਰ ਚੁੱਕ ਕੇ ਘੜੇ ਤੇ, ਟੁੱਟਣਾ ਘੜੇ ਨਹੀਂ ਆ। ਐਵੇਂ ਮਾੜੇ ਬੰਦੇ ਨਾਲ ਲਾਈ ਹੋਈ ਯਾਰੀ ਵੀ ਮਾੜੀ ਆ, ਤੇ ਮਾੜੇ ਬੰਦੇ ਨਾਲ ਪਾਈ ਹੋਈ ਦੁਸ਼ਮਣੀ ਵੀ ਮਾੜੀ ਆ। ਇਹ ਭਾਈ ਗੁਰਦਾਸ ਜੀ ਕਹਿੰਦੇ ਨੇ। ਪਰ ਜਦੋਂ ਤੁਸੀਂ ਸੰਗਤ ਕਰ ਲੈਂਦੇ ਹੋ ਬਹੁਤ ਜ਼ਿਆਦਾ ਗਹਿਰਾਈ ਦੇ ਵਿੱਚ, ਉਦੋਂ ਕੋਈ ਵੀ ਤੁਹਾਨੂੰ ਆ ਕੇ ਮਿਲੀ ਜਾਵੇ, ਤੁਹਾਡੇ ਤੇ ਕੋਈ ਅਸਰ ਨਹੀਂ ਹੋਣਾ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਤੁਸੀਂ ਆਪਣਾ ਸੁਭਾਅ ਨਹੀਂ ਛੱਡੋਗੇ, ਭਾਵੇਂ ਜਿੰਨੇ ਮਰਜ਼ੀ ਬੁਰੇ ਬੰਦੇ ਤੁਹਾਨੂੰ ਮਿਲ ਜਾਣ, ਪਰ ਕਦੋਂ ਜਦੋਂ ਹਰ ਜਨ ਰਾਮ ਨਾਮ ਗੁਣ ਗਾਵੇ, ਜਦੋਂ ਤੁਸੀਂ ਰੱਬ ਦੇ ਗੁਣ ਗਾਓਗੇ, ਉਦੋਂ ਤੁਹਾਨੂੰ ਕੀ ਮਿਲੇਗਾ? ਪੈਸੇ ਤਾਂ ਨਹੀਂ ਮਿਲਣਗੇ ਉਹਦੇ ਬਦਲੇ 'ਚ, ਕੋਠੀਆਂ ਕਾਰਾਂ ਤਾਂ ਨਹੀਂ ਮਿਲਣਗੀਆਂ। ਇੱਕ ਮਨ ਦੇ ਅੰਦਰ ਠੰਡਕ ਮਿਲੂਗੀ ਜਿਹੜੀ ਲੋਕਾਂ ਦੇ ਵਿੱਚ ਵਿਚਰਨਾ ਤੁਹਾਨੂੰ ਸਿਖਾਊਗੀ। ਇੱਕ ਸਹਿਣਸ਼ੀਲਤਾ ਮਿਲੂਗੀ ਜਿਹੜੀ ਸਹਿਣਾ ਸਿਖਾਊਗੀ, ਰਹਿਣਾ ਸਿਖਾਊਗੀ, ਦੁੱਖਾਂ ਨੂੰ ਵੀ ਤੇ ਸੁੱਖਾਂ ਨੂੰ ਵੀ। ਇੱਦਾਂ ਸੰਗਤ ਹਰ ਬੰਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ। ਸਾਡਾ ਨਾਮ ਮਹਾਰਾਜ ਨੇ ਸਿੱਖ ਰੱਖਿਆ ਹੈ। ਅੱਧਾ ਬੱਚੇ ਦਾ ਨਾਮ ਅਸੀਂ ਰੱਖਦੇ ਹਾਂ, ਅੱਧਾ ਗੁਰੂ ਮਹਾਰਾਜ ਨੇ ਸਿੰਘ ਤੇ ਕੌਰ ਅੱਧਾ ਰੱਖਿਆ ਹੋਇਆ ਪਹਿਲਾ ਹੀ ਨਾਮ, ਅੱਧਾ ਅਸੀਂ ਰੱਖਦੇ ਹਾਂ ਲਾਡਾਂ ਦੇ ਨਾਲ, ਪਿਆਰ ਦੇ ਨਾਲ, ਪਰ ਅੱਧਾ ਨਾਮ ਮਹਾਰਾਜ ਨੇ ਰੱਖਿਆ ਹੈ। ਤੇ ਸਾਨੂੰ ਪਹਿਲਾਂ ਸਿੱਖ ਆਖਿਆ, ਫਿਰ ਸਿੱਖ ਤੋਂ ਹੁੰਦੇ ਹੋਏ ਸਿੰਘ, ਸਿੰਘ ਤੋਂ ਹੁੰਦੇ ਹੋਏ ਖਾਲਸਾ। ਇਹ ਰੂਪ ਬਦਲਦੇ ਗਏ। ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦਾ ਸਫ਼ਰ ਸਿੱਖ ਤੋਂ ਖਾਲਸੇ ਤੱਕ ਦਾ ਸਫ਼ਰ ਹੈ। ਭਾਵ ਕਿ ਸਿੱਖ ਸਿੱਖ ਕੇ ਇੰਨੇ ਸ਼ੁੱਧ ਹੋ ਜਾਣਾ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ। ਖਾਲਸੇ ਦੇ ਅਰਥ ਹੁੰਦੇ ਨੇ ਪੂਰਾ 100% ਸ਼ੁੱਧ ਹੋਣਾ।
ਹਜੇ ਅਸੀਂ ਸਿੱਖ ਵਾਲੀ ਜਿਹੜੀ ਪਦਵੀ ਆ ਉਹਦੇ ਤੇ ਵੀ ਪੂਰੀ ਤਰ੍ਹਾਂ ਤੁਰ ਨਹੀਂ ਪਾ ਰਹੇ। ਸਿੱਖ ਦੇ ਅਰਥ ਹੁੰਦੇ ਨੇ ਤੂੰ ਸਿੱਖ ਲਾ, ਹਰ ਚੀਜ਼ ਤੋਂ ਸਿੱਖ ਸਕਦਾ ਹੈ, ਕੀੜੀਆਂ ਤੋਂ ਵੀ ਸਿੱਖ ਸਕਦਾ, ਤਿਤਲੀਆਂ ਤੋਂ ਵੀ, ਫੁੱਲਾਂ ਤੋਂ ਵੀ, ਸੂਰਜ ਤੋਂ ਵੀ, ਚੰਦ ਤੋਂ ਵੀ, ਹਰ ਚੀਜ਼ ਤੋਂ ਸਿੱਖ ਸਕਦਾ ਹੈ ਕਿਉਂਕਿ ਤੂੰ ਸਿੱਖ ਆ। ਇੱਦਾਂ ਹੀ ਗੁਰੂ ਮਹਾਰਾਜ ਦੇ ਵਿੱਚ ਕੁਝ ਪੰਛੀਆਂ ਦਾ ਜ਼ਿਕਰ ਆਉਂਦਾ ਹੈ ਜਿਹਦੇ ਤੋਂ ਅਸੀਂ ਬੜਾ ਕੁਝ ਸਿੱਖ ਸਕਦੇ ਹਾਂ। ਇਹ ਰੋਜ਼ ਹੀ ਸਾਡੇ ਇਰਦ ਗਿਰਦ ਹੁੰਦੇ ਨੇ ਪਰ ਸਾਡਾ ਕਦੇ ਧਿਆਨ ਨਹੀਂ ਜਾਂਦਾ ਇਹਨਾਂ ਵੱਲ ਕਿ ਇਹਨਾਂ ਤੋਂ ਵੀ ਸਿੱਖਿਆ ਜਾ ਸਕਦਾ ਹੈ। ਉਹਦੇ ਵਿੱਚੋਂ ਮੈਂ ਕੁਝ ਪੰਛੀ ਜਿਹੜੇ ਨੇ ਚੁਣੇ ਨੇ ਮਹਾਰਾਜ ਦੀ ਬਾਣੀ ਵਿੱਚ, 7 ਪੰਛੀ ਜਿਨ੍ਹਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ। ਸਭ ਤੋਂ ਪਹਿਲੇ ਨੰਬਰ ਤੇ ਹੈ ਆਮ। ਇਹ ਪਹਿਲਾਂ ਘਰਾਂ ਵਿੱਚ ਦੇਖਣ ਨੂੰ ਮਿਲਦੀਆਂ ਸੀ, ਬਹੁਤ ਪਿਆਰੀਆਂ ਸੀ, ਚੀਂ ਚੀਂ ਕਰਦੀਆਂ, ਚਹਿਕਦੀਆਂ, ਬਹੁਤ ਪਿਆਰੀਆਂ ਲੱਗਦੀਆਂ। ਮਹਾਰਾਜ ਨੇ ਆਖਿਆ ਹੈ ਚਿੜੀ ਤੋਂ ਵੀ ਸਿੱਖ ਸਕਦਾ ਹੈ। ਪਹਿਲਾਂ ਇਹਨਾਂ ਦੀ ਗਿਣਤੀ ਘਰਾਂ 'ਚ ਬਹੁਤ ਸੀ, ਆਲਣੇ ਪਾਉਣੇ, ਆਕਾਰ ਦੇ ਵਿੱਚ ਭਾਵੇਂ ਬੜੀ ਛੋਟੀ ਆ ਪਰ ਮਿਹਨਤ ਬਹੁਤ ਕਰਦੀ ਆ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅੱਧ ਗੁੱਲਾ ਚਿੜੀ ਕਾ ਚੁੱਗਣ, ਅੱਧ ਗੁੱਲਾ ਚਿੜੀ ਕਾ ਚੁੱਗਣ, ਗੈਣ ਚੜੀ ਬਿਲ ਲਾਏ। ਕਹਿੰਦੇ ਅੱਧ ਗੁੱਲਾ, ਅੱਧਾ ਦਾਣਾ ਖਾ ਕੇ ਵੀ ਬਾਲੀ ਖੁਰਾਕ ਨਹੀਂ ਹੈਗੀ ਚਿੜੀ ਦੀ। ਇਹ ਨਹੀਂ ਕਹਿ ਸਕਦੇ ਆਪਾਂ ਬਹੁਤ ਖਾਂਦੀ ਆ, ਬਹੁਤ ਥੋੜਾ ਜਿਹਾ ਖਾਂਦੀ ਆ। ਬਹੁਤ ਥੋੜਾ ਜਿਹਾ ਖਾ ਕੇ ਗੈਣ ਚੜੀ ਬਿਲ ਲਾਏ। ਚਿੜੀ ਜਿਹੜੀ ਹੁੰਦੀ ਆ ਆਕਾਸ਼ ਦੇ ਵਿੱਚ ਡਾਰੀਆਂ ਲਾਉਂਦੀ ਆ, ਗਾਣੇ ਗਾਉਂਦੀ ਆ, ਸੰਗੀਤ ਗਾਉਂਦੀ ਆ, ਖੁਸ਼ ਰਹਿੰਦੀ ਆ। ਅੱਧਾ ਦਾਣਾ ਖਾ ਕੇ ਅੱਗੇ ਪੰਕਤੀ ਹੈ ਖਸਮੈ ਭਾਵੈ ਓਹਾ ਚੰਗੀ, ਜੇ ਕਰੇ ਖੁਦਾਏ ਖੁਦਾਏ। ਰੱਬ ਨੂੰ ਵੀ ਉਹ ਚੰਗੀ ਲੱਗਦੀ ਆ। ਖਸਮੈ ਦੇ ਅਰਥ ਇੱਥੇ ਪਰਮਾਤਮਾ ਨੇ, ਪਰਮਾਤਮਾ ਨੂੰ ਵੀ ਉਹ ਚੰਗੀ ਲੱਗਦੀ ਆ। ਅੱਧਾ ਦਾਣਾ ਖਾ ਕੇ ਵੀ ਸ਼ੁਕਰ ਕਰਦੀ ਆ, ਗੀਤ ਗਾਉਂਦੀ ਆ, ਮਿਹਨਤ ਕਰਦੀ ਆ, ਅਸਮਾਨ 'ਚ ਉੱਡਦੀ ਆ। ਪਰ ਬੰਦਾ, ਇਹਦਾ ਕੰਪੇਅਰ ਕੀਤਾ ਹੈ ਇਨਸਾਨ ਦੇ ਨਾਲ ਵਿਦਵਾਨਾਂ ਨੇ। ਬੰਦਾ ਖਾ ਪੀ ਕੇ ਸਵੇਰੇ ਵੀ, ਦੁਪਹਿਰੇ ਵੀ, ਸ਼ਾਮ ਨੂੰ ਵੀ ਖੁਸ਼ ਨਹੀਂ ਰਹਿ ਸਕਦਾ। ਚਿੜੀ ਅੱਧ ਗੁੱਲਾ, ਅੱਧ ਗੁੱਲਾ ਹੁੰਦਾ ਅੱਧਾ ਦਾਣਾ। ਚਿੜੀ ਕਾ ਚੁੱਗਣ, ਚਿੜੀ ਦਾ ਨਾਮ ਆਇਆ ਗੁਰਬਾਣੀ 'ਚ, ਚਿੜੀ ਕਾ ਚੁੱਗਣ। ਅੱਧਾ ਦਾਣਾ ਖਾ ਕੇ ਵੀ ਖੁਸ਼ ਰਹਿੰਦੀ ਆ। ਤੇ ਬੰਦਾ ਡਰਮ ਭਰੀ ਫਿਰਦਾ ਘਰਾਂ ਦੇ ਵਿੱਚ ਆਪਣੇ, ਸਭ ਦੇ ਆਪਾਂ ਸੇਵ ਕਰਦੇ ਹਾਂ ਆਉਣ ਵਾਲੇ ਸਮੇਂ ਨੂੰ ਦੇਖ ਕੇ, ਤੇ ਬੰਦਾ ਤਾਂ ਵੀ ਨਹੀਂ ਖੁਸ਼ ਹੈਗਾ। ਤੂੰ ਚਿੜੀ ਤੋਂ ਹੀ ਸਿੱਖ ਲਾ। ਪਹਿਲੇ ਪੰਛੀ ਦਾ ਨਾਮ, ਬਹੁਤ ਸਾਰੇ ਪੰਛੀਆਂ ਦੇ ਨਾਮ ਆਏ ਆ, ਮੈਂ ਉਹਨਾਂ ਵਿੱਚੋਂ 7 ਪੰਛੀ ਲਏ ਨੇ ਕਿਉਂਕਿ ਆਪਣੇ ਕੋਲ ਸਮਾਂ ਹੀ ਉਨਾ ਕੁ ਹੁੰਦਾ ਉਹ ਹਿਸਾਬ ਦੇ ਨਾਲ। ਤਾਂ ਅੱਧ ਗੁੱਲਾ ਚਿੜੀ ਕਾ ਚੁੱਗਣ, ਗੈਣ ਚੜੀ ਵਿਲ ਲਾਏ, ਖਸਮੈ ਭਾਵੈ ਓਹਾ ਚੰਗੀ, ਜੇ ਕਰੇ ਖੁਦਾਏ ਖੁਦਾਏ। ਚਿੜੀ ਨਿੱਕੀ ਜੀ ਆ, ਬਿਲਕੁਲ ਸੋਹਣੀ ਬਹੁਤ ਆ। ਮਹਾਰਾਜ ਨੇ ਉੱਤੇ ਚਿੱਤਰਕਾਰੀ ਕੀਤੀ ਆ, ਉੱਡਦੀ ਆ, ਮਿਹਨਤ ਕਰਦੀ ਆ, ਅੱਧਾ ਦਾਣਾ ਖਾ ਕੇ ਖੁਸ਼ ਰਹਿੰਦੀ ਆ, ਸੰਗੀਤ ਗਾਉਂਦੀ ਆ। ਬੰਦਾ 3 ਟਾਈਮ ਰੋਟੀ ਖਾ ਕੇ ਵੀ ਖੁਸ਼ ਨਹੀਂ ਰਹਿ ਸਕਦਾ। ਸਿੱਖ ਸੀ ਤੇਰਾ ਨਾਮ ਤਾਂ, ਤੇ ਤੂੰ ਚਿੜੀ ਤੋਂ ਸਿੱਖ ਲੈਂਦਾ। ਤੇਰਾ ਨਾਮ ਤਾਂ ਸਿੱਖ ਸੀ ਸਿੱਖਾ, ਤੂੰ ਚਿੜੀ ਤੋਂ ਵੀ, ਤੇਰੇ ਇਰਦ ਗਿਰਦ ਸੀ, ਹਜੇ ਵੀ ਹੈਗੀਆਂ ਨੇ, ਭਾਵੇਂ ਗਿਣਤੀ ਥੋੜ੍ਹੀ। ਆਪਣੇ ਗੁਰਦੁਆਰਾ ਸਾਹਿਬ ਵੀ ਆਉਂਦੀਆਂ ਨੇ ਕਿਉਂਕਿ ਇੱਥੇ ਬਾਗਬਾਨੀ ਲੱਗੀ ਹੋਈ ਕਰਕੇ ਇੱਥੇ ਪੰਛੀ ਬਹੁਤ ਆਉਂਦੇ ਆ। ਇਸ ਕਰਕੇ ਕਿਹਾ ਜਾਂਦਾ ਹੈ ਕਿ ਤੂੰ ਚਿੜੀ ਤੋਂ ਸਿੱਖ ਲਾ। ਅੱਗੇ ਪੰਛੀ ਦੂਜੇ ਨੰਬਰ 'ਤੇ ਆ, ਉਹਨੂੰ ਕਹਿੰਦੇ ਆ ਚੀਲ ਕਹਿੰਦੇ ਨੇ ਹਿੰਦੀ 'ਚ, ਤੇ ਪੰਜਾਬੀ 'ਚ ਆਪਾਂ ਕਹਿਣਾ ਹੋਵੇ ਇੱਲ ਕਹਿ ਸਕਦੇ ਹਾਂ। ਮਹਾਰਾਜ ਨੇ ਉਹਦਾ ਨਾਮ ਵੀ ਦਰਜ ਕੀਤਾ ਕਿ ਇੱਲ ਤੋਂ ਸਿੱਖ ਲਾ। ਕਿਵੇਂ ਪੰਕਤੀ ਆਉਂਦੀ ਹੈ, ਜਿੱਥੈ ਡਿੱਠਾ ਮਿਰਤ ਕੋ ਇੱਲ ਬਹੈਠੀ ਆਏ। ਇੱਲ ਦਾ ਇੱਕ ਸੁਭਾਅ ਹੈ, ਇਹ ਬਹੁਤ ਉੱਚੀ ਉੱਡਦੀ ਆ, ਬਹੁਤ ਉੱਚੀ ਉੱਡਦੀ ਆ। ਤੇ ਉੱਡਦੀ ਤਾਂ ਉੱਚੀ ਹੈ, ਇਹਦੀ ਨਿਗਾਹ ਥੱਲੇ ਹੁੰਦੀ ਆ ਕਿ ਕਿਤੇ ਕੋਈ ਮਰਿਆ ਹੋਇਆ ਜੀ ਹੋਵੇ, ਮਰਿਆ ਹੋਇਆ ਸਰੀਰ ਹੋਵੇ, ਨਿਗਾਹ ਇਹਦੀ ਥੱਲੇ ਹੁੰਦੀ ਆ। ਉੱਡਦੀ ਬਹੁਤ ਉੱਚੀ ਆ।
ਤੇ ਸਿੱਖਾ ਤੂੰ ਵੀ ਕਿਤੇ ਐਵੇਂ ਨਾ ਹੋ ਜਾਵੀਂ। ਤੇਰਾ ਮਨ ਵੀ ਬਹੁਤ ਡਾਰੀਆਂ ਲਾਉਂਦਾ ਅਸਮਾਨ ਦੇ ਵਿੱਚ ਇੱਲ ਦੇ ਵਾਂਗ, ਪਰ ਡਿੱਗਦਾ ਆ ਕੇ ਬਹੁਤ ਹੀ ਬੁਰੇ ਵਿਚਾਰ 'ਤੇ ਆ। ਆਪਾਂ ਬਾਣੀ ਪੜ੍ਹਦੇ ਹਾਂ ਜਦੋਂ, ਅਸਮਾਨ ਦੇ ਵਿੱਚ ਉਡਾਰੀਆਂ ਹੀ ਲਾਉਂਦਾ ਮਨ, ਇੱਲ ਦੇ ਵਾਂਗ ਲਾਉਂਦਾ। ਖਿਆਲ ਆਉਂਦੇ ਨੇ, ਚੰਗੇ ਵੀ ਆਉਂਦੇ ਨੇ, ਮਾੜੇ ਵੀ ਆਉਂਦੇ ਨੇ, ਪਰ ਡਿੱਗਦਾ ਆ ਕੇ ਮਾੜੇ 'ਤੇ ਆ ਇਹ। ਇਵੇਂ ਤੁਸੀਂ ਹੋਰ ਸਮਝ ਜਾਵੋਗੇ ਸ਼ਾਇਦ। ਮੰਨ ਲਓ ਆਪਾਂ ਸਾਰਾ ਦਿਨ ਬੈਠੇ ਹਾਂ, ਇੱਕ ਵਿਚਾਰ ਆਇਆ ਹੈ ਬਾਣੀ ਪੜ੍ਹਨ ਦਾ, ਅਸੀਂ ਉਹ ਨਹੀਂ ਕਰਾਂਗੇ। ਇੱਕ ਖਿਆਲ ਆ ਗਿਆ ਕਿ ਕਿਸੇ ਨੂੰ ਗਾਲ ਕੱਢਣੀ ਆ, ਉਹ ਝੱਟ ਕਰ ਦਾਂਗੇ। ਕਹਿੰਦੇ ਬਹੁਤ ਆਪਣੇ ਆਪ ਨੂੰ ਵੱਡੇ ਹਾਂ, ਮੰਨਦੇ ਬਹੁਤ ਕੁਝ ਹਾਂ, ਪਰ ਜਿਵੇਂ ਇੱਲ ਉੱਚੀ ਉੱਡਦੀ ਆ, ਡਿੱਗਦੀ ਆ ਕੇ ਮਰੇ ਹੋਏ ਸਰੀਰ 'ਤੇ ਉਹਨੂੰ ਖਾਣ ਲਈ ਜ਼ਮੀਨ 'ਤੇ ਆ ਜਾਂਦੀ ਹੈ। ਇਵੇਂ ਬੰਦਾ ਗੱਲਾਂ ਤਾਂ ਬਹੁਤ ਉੱਚੀਆਂ ਕਰ ਜਾਂਦਾ ਹੈ, ਪਰ ਗੱਲੀ ਜੋਗ ਨਾ ਹੋਈ। ਗੱਲੀ ਹੋਂ ਸੁਹਾਗਣ ਭੈਣੇ ਕੰਤਨ ਕਬਹੂ ਮੈਂ ਮਿਲਿਆ, ਇਹ ਵਾਲੀ ਗੱਲ ਹੋ ਜਾਂਦੀ ਹੈ। ਗੱਲਾਂ ਦੇ ਨਾਲ ਹੀ ਇਹ ਸੁਹਾਗਣ ਹੋਣ ਨੂੰ ਫਿਰਦਾ ਰੱਬ ਦੀ। ਇਵੇਂ ਮਹਾਰਾਜ ਕਹਿੰਦੇ ਤੂੰ ਵੀ ਇਵੇਂ ਨਾ ਕਰੀ। ਤੀਜੇ ਨੰਬਰ 'ਤੇ ਉਦਾਹਰਨ ਲਈ ਆ ਮਹਾਰਾਜ ਨੇ, ਗਿੱਧ ਹੁੰਦੀ ਹੈ ਇੱਕ, ਉਹਨਾਂ ਦੀ ਨਸਲ ਹੁੰਦੀ ਹੈ ਇੱਕ, ਉਹਨਾਂ ਦੀ ਪ੍ਰਜਾਤੀ ਹੁੰਦੀ ਆ, ਉਹਨਾਂ ਨੂੰ ਸੀਚਾਨੇ ਕਿਹਾ ਬਾਣੀ 'ਚ। ਸੀਚਾਨੇ ਕਹਿੰਦੇ ਨੇ। ਇਹਨਾਂ ਦਾ ਜਿਹੜਾ ਸਿਰ ਹੁੰਦਾ ਲਾਲ ਰੰਗ ਦਾ ਹੁੰਦਾ। ਗਿੱਧ ਦੀ ਹੀ ਇੱਕ ਕਿਸਮ ਹੁੰਦੀ ਆ। ਇਹ ਬਹੁਤ ਜ਼ਿਆਦਾ ਸ਼ਿਕਾਰੀ ਪੰਛੀਆਂ 'ਚ ਇਹਦਾ ਨਾਮ ਆਉਂਦਾ ਹੈ। ਗੁਰੂ ਸਾਹਿਬ ਜੀ ਫਰਮਾਉਂਦੇ ਨੇ, ਸੀਚਾਨੇ ਜਿਉਂ ਪੰਖੀਆਂ ਜਾਲੀ ਬਦਕ ਹਾਥ। ਇਹ ਉੱਡਦੇ ਹੋਏ ਸ਼ਿਕਾਰੀਆਂ ਦਾ ਸ਼ਿਕਾਰ ਕਰਦਾ ਹੈ, ਉੱਡਦੇ ਪੰਛੀਆਂ ਦਾ। ਸੀਚਾਨਾ ਇਹੋ ਜਿਹਾ ਪੰਛੀ ਆ, ਜੇ ਕੋਈ ਉੱਡ ਰਿਹਾ ਨਾ, ਇਹਨੇ ਉੱਡਦੇ ਉੱਡਦੇ ਨੇ ਫੜ ਲੈਣਾ ਉਹਨੂੰ, ਬਹੁਤ ਤੇਜ਼ ਹੈ ਇਹ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ, ਸੀਚਾਨੇ ਜਿਉਂ ਪੰਖੀਆਂ ਜਾਲੀ ਬਦਕ ਹਾਥ। ਇਵੇਂ ਜਿਵੇਂ ਸੀਚਾਨਾ ਉਹਨਾਂ ਬੇਪਰਵਾਹ ਪੰਛੀਆਂ ਨੂੰ ਫੜ ਲੈਂਦਾ ਹੈ, ਮਾਰ ਦਿੰਦਾ, ਜਿਵੇਂ ਉਹ ਉੱਡਦਾ ਹੈ ਪੰਛੀਆਂ ਦੇ ਸਿਰ 'ਤੇ, ਇਵੇਂ ਹੀ ਮੌਤ ਤੇਰੇ ਸਿਰ 'ਤੇ ਉੱਡਦੀ ਆ। ਤੂੰ ਸੀਚਾਨੇ ਵੱਲ ਦੇਖ ਕੇ, ਗਿੱਧ ਵੱਲ ਵੇਖ ਕੇ ਯਾਦ ਰੱਖ ਕਿ ਅੱਜ ਨਹੀਂ ਤਾਂ ਕੱਲ੍ਹ ਮੌਤ ਨੇ ਤੈਨੂੰ ਫੜ ਲੈਣਾ ਹੈ। ਇਵੇਂ ਮਹਾਰਾਜ ਨੇ ਆਖਿਆ ਹੈ। ਕਿਉਂਕਿ ਬੰਦਾ ਇਸ ਗੱਲ ਤੋਂ ਬਹੁਤ ਜ਼ਿਆਦਾ ਅਣਜਾਣ ਹੈ। ਸਾਨੂੰ ਇਉਂ ਲੱਗਦਾ ਕਿ ਅਸੀਂ ਸਦਾ ਹੀ ਵਾਸਤੇ ਇੱਥੇ ਹਾਂ। ਇਨਸਾਨ ਨੂੰ ਯਕੀਨ ਨਹੀਂ ਹੋ ਰਿਹਾ। ਸਭ ਤੋਂ ਵੱਡਾ ਵਹਿਮ ਕੀ ਆ? ਮੈਂ ਨਹੀਂ ਮਰਾਂਗਾ, ਮੌਤ ਕਿਸੇ ਲਈ ਆ, ਮਰਨਾ ਕਿਸੇ ਲਈ ਆ, ਮੈਂ ਤਾਂ ਨਹੀਂ ਮਰਾਂਗਾ। ਯਕੀਨ ਨਹੀਂ ਹੁੰਦਾ ਸਭ ਤੋਂ ਪਹਿਲਾਂ ਬੰਦੇ ਨੂੰ ਕਿ ਮੈਂ ਮਰ ਜਾਵਾਂਗਾ। ਇਹ ਸਭ ਤੋਂ ਵੱਡਾ ਵਹਿਮ ਆ। ਤਾਂ ਪਹਿਲੀ ਉਦਾਹਰਨ ਚਿੜੀ ਦੀ ਦੇ ਦਿੱਤੀ ਮਹਾਰਾਜ ਨੇ। ਦੂਸਰੀ ਉਦਾਹਰਨ ਗੁਰੂ ਮਹਾਰਾਜ ਨੇ ਕਿਰਪਾ ਕਰਕੇ ਸਾਡੇ 'ਤੇ ਸਾਨੂੰ ਬਖਸ਼ੀ ਹੈ, ਇੱਲ ਦੀ ਦੇ ਦਿੱਤੀ ਆ। ਤੀਸਰੀ ਉਦਾਹਰਨ ਗਿੱਧ ਦੀ, ਸੀਆਨੇ ਪੰਛੀ ਦੀ ਦੇ ਦਿੱਤੀ ਆ। ਚੌਥੀ ਉਦਾਹਰਨ ਤੋਤੇ ਦੀ ਦਿੰਦੇ ਨੇ। ਤੋਤੇ ਨੂੰ ਗੁਰਬਾਣੀ ਦੇ ਵਿੱਚ ਸੂਆ ਸ਼ਬਦ ਆਇਆ ਹੈ। ਜਿਵੇਂ ਕਿ ਇੱਕ ਅੱਖਰ ਨੂੰ ਬਹੁਤ ਸ਼ਬਦਾਂ ਦੁਆਰਾ ਭਾਸ਼ਾਵਾਂ ਵਿੱਚ ਕਿਹਾ ਜਾਂਦਾ ਹੈ, ਜਿਉਂ ਨਲਣੀ ਭਰਮ ਸੂਆ। ਤੋਤੇ ਨੂੰ ਬਾਣੀ ਵਿੱਚ ਸੂਆ, ਸੂਅਟ ਕਰਕੇ ਇਵੇਂ ਆਇਆ ਹੈ। ਤਾਂ ਕਹਿੰਦੇ ਨੇ, ਸੂਅਟ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰ। ਤੋਤਾ ਦੇਖਣ ਨੂੰ ਬਹੁਤ ਸੋਹਣਾ ਲੱਗਦਾ ਹੈ। ਇਹ ਥੋੜ੍ਹਾ ਬਾਂਦਰ ਦੇ ਵਾਂਗ ਨਕਲਚੀ ਵੀ ਹੁੰਦਾ ਹੈ ਇਹਦਾ ਸੁਭਾਅ, ਇਹ ਨਕਲ ਵੀ ਕਰ ਲੈਂਦਾ। ਗੁਰੂ ਸਾਹਿਬ ਜੀ ਕਹਿੰਦੇ ਇਹਦਾ ਮਾਲਕ ਇਹਨੂੰ ਪਿੰਜਰੇ 'ਚ ਪਾ ਕੇ ਇਹ ਤੋਂ ਬੋਲੀਆਂ ਭਾਸ਼ਾਵਾਂ ਬੁਲਾਉਂਦਾ ਹੈ, ਉਹਦੇ ਵਾਂਗੂ ਇਹ ਬੋਲਦਾ ਹੈ। ਹੁਣ ਮਹਾਰਾਜ ਨੇ ਸਾਨੂੰ ਸਮਝਾਇਆ ਤੋਤੇ ਦੇ ਪਰਥਾਏ। ਕਹਿੰਦੇ ਤੂੰ ਸਿੱਖ ਹਾਂ ਤੇ ਤੋਤੇ ਤੂੰ ਵੀ ਸਿੱਖ ਲਾ। ਜਿਵੇਂ ਤੋਤਾ ਪਿੰਜਰੇ 'ਚ ਕੈਦ ਆ ਨਾ, ਤੇਰੀ ਆਤਮਾ ਵੀ ਤੋਤੇ ਦੇ ਵਾਂਗ ਹੈ। ਉਹ ਸਰੀਰ ਰੂਪੀ ਪਿੰਜਰੇ ਵਿੱਚ ਕੈਦ ਹੈ। ਸੂਅਟ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰ। ਜਿਹੜਾ ਆ ਤੋਤਾ, ਉਹਨੂੰ ਤਾਂ ਮਾਲਕ ਫੜ ਕੇ ਆਪਣੀ ਮਰਜ਼ੀ ਨਾਲ ਬੋਲ ਬੁਲਵਾਉਂਦਾ, ਪਰ ਤੇਰਾ ਮਾਲਕ ਵਾਹਿਗੁਰੂ ਆ। ਉਹ ਤੈਨੂੰ ਜੋ ਸਿਖਾਉਂਦਾ ਤੂੰ ਉਹ ਬੋਲ।
ਆਮ ਦੁਨਿਆਵੀ ਤੋਤੇ ਜਿਹੜੇ ਜਿਨ੍ਹਾਂ ਨੇ ਪੰਛੀ ਰੱਖੇ ਹੁੰਦੇ ਨੇ, ਉਹ ਪਤਾ ਨਹੀਂ ਤੋਤੇ ਤੋਂ ਕੀ ਸਿਖਾਈ ਜਾਂਦੇ ਆ, ਉਹ ਗਲਤ ਵੀ ਸਿਖਾ ਦਿੰਦੇ ਨੇ ਕਈ ਵਾਰ। ਤੇ ਇਸ ਕਰਕੇ ਗਨਕਾ ਉਦਰੀ ਕਹਿ ਤੋਤ, ਇੱਕ ਮਹਾਂਪੁਰਸ਼ਾਂ ਦੀ ਸਾਖੀ ਵੀ ਆਉਂਦੀ ਆ। ਮਹਾਂਪੁਰਖ ਅਚਾਨ ਚੱਕ ਗਣਕਾ ਵਾੜੇ ਆਏ ਖਲੋਤਾ, ਗਨਕਾ ਪਾਪਣ ਹੋਏ ਕੈ ਪਾਪਾਂ ਦਾ ਗਲ ਹਾਰ ਪਰੋਤਾ। ਭਾਈ ਗੁਰਦਾਸ ਜੀ ਦੀ ਇਹ ਪੰਗਤੀ ਆ। ਮਹਾਂਪੁਰਸ਼ ਇੱਕ ਗਨਕਾ ਦੇ ਵਿਹੜੇ ਵਿੱਚ ਆ ਗਏ, ਕੋਠੇ ਵਿੱਚ ਪਹੁੰਚੇ ਨੇ, ਕਿਉਂਕਿ ਬਾਹਰ ਮੀਂਹ ਪੈ ਰਿਹਾ ਸੀ, ਵਰਖਾ ਹੋ ਰਹੀ ਸੀ, ਕੱਪੜੇ ਭਿੱਜ ਗਏ। ਤੇ ਉਹ ਜਿਹੜੀ ਗਨਕਾ ਸੀ ਉਹਨੇ ਦਰਵਾਜ਼ਾ ਖੋਲ੍ਹਿਆ ਤੇ ਵੇਸ ਵੇਖਿਆ, ਇੱਕ ਸਾਧੂ ਮੇਰੇ ਦਰਬਾਰ ਤੇ ਇੱਥੇ ਆ ਗਿਆ, ਅੱਜ ਘਰੇ ਆ ਗਿਆ, ਇਹ ਤਾਂ ਆ ਨਹੀਂ ਸਕਦਾ। ਉਹਨੇ ਆਖਿਆ ਪੁੱਤਰੀ, ਜਦੋਂ ਆਖਿਆ ਪੁੱਤਰੀ ਮੈਨੂੰ ਅੰਦਰ ਆ ਲੈਣ ਦੇ, ਬਾਹਰ ਮੀਂਹ ਪੈਂਦਾ ਹੈ, ਤਾਂ ਉਹਦੀ ਸਾਰੀ ਵਾਸ਼ਨਾ ਖਤਮ ਕਰ ਦਿੱਤੀ। ਜਾਣ ਲੱਗਿਆਂ ਨੇ ਇੱਕ ਤੋਤਾ ਦੇ ਦਿੱਤਾ ਸੀ, ਕਹਿੰਦੇ ਇਹਨੂੰ ਰਾਮ ਰਾਮ ਕਹਾਇਆ ਕਰੀ, ਇਹਨੂੰ ਸਿਖਾਇਆ ਕਰੀ। ਉਹਨੂੰ ਰਾਮ ਰਾਮ ਕਹਿੰਦੀ ਆਪ ਵੀ ਕਹਿਣ ਲੱਗ ਗਈ, ਗਨਕਾ ਉਦਰੀ ਕਹਿ ਤੋਤ। ਤੋਤੇ ਨੂੰ ਰਾਮ ਰਾਮ ਸਿਖਾਉਂਦੀ ਆਪ ਹੀ ਸਿੱਖ ਗਈ ਤੇ ਉਹਦਾ ਵੀ ਉਧਾਰ ਹੋ ਗਿਆ ਸੀ। ਤਾਂ ਅਸੀਂ ਕੀ ਹਾਂ? ਸਾਡੀ ਆਤਮਾ ਵੀ ਇੱਕ ਤੋਤਾ ਹੀ ਆ। ਗੁਰੂ ਸਾਹਿਬ ਜੀ ਕਹਿੰਦੇ ਸਰੀਰ ਇਹਦਾ ਪਿੰਜਰਾ ਹੈ ਤੇ ਆਪਾਂ ਆਪਣਾ ਮਾਲਕ ਗੁਰੂ ਹੈ। ਆਪਾਂ ਉਹ ਸਿੱਖਣਾ ਜਿਹੜਾ ਸਾਨੂੰ ਗੁਰੂ ਸਿਖਾਉਂਦਾ ਹੈ। ਇਵੇਂ ਉਦਾਹਰਨ ਮੈਂ ਦੇਵਾਂ, ਹੋਰ ਕਲੀਅਰ ਹੋ ਜੂਗੀ ਗੱਲ, ਸਪਸ਼ਟ ਹੋ ਜੂ ਪੂਰੀ ਤਰ੍ਹਾਂ। ਮੰਨ ਲਓ ਅਸੀਂ ਘਰ ਵਿੱਚ ਤੋਤਾ ਰੱਖਿਆ ਹੈ, ਬੱਚੇ ਆਉਂਦੇ ਨੇ, ਖੇਡਦੇ ਨੇ, ਕਈ ਵਾਰ ਬੱਚੇ ਹੋਰ ਕੋਈ ਆ ਕੇ ਗਲਤ ਚੀਜ਼ਾਂ ਸਿਖਾਉਣ ਲੱਗ ਜਾਂਦੇ ਨੇ ਤੇ ਮਾਲਕ ਅਸੀਂ ਆ ਉਹਦੇ। ਫਿਰ ਅਸੀਂ ਕਹਾਂਗੇ ਨਹੀਂ, ਇਹ ਤੋਤੇ ਨੂੰ ਆਪਾਂ ਸਹੀ ਭਾਸ਼ਾ ਸਿਖਾਉਣੀ ਆ, ਮਿੱਠਾ ਬੋਲਣਾ ਹੀ ਸਿਖਾਉਣਾ। ਇੱਦਾਂ ਦੁਨੀਆ ਦੇ ਵਿੱਚ ਸਾਨੂੰ ਬਹੁਤ ਬੰਦੇ ਮਿਲਦੇ ਨੇ ਜਿਹੜੇ ਮਾਲਕ ਤੋਂ ਪਰੇ ਹੋ ਕੇ ਸਾਨੂੰ ਕੁਝ ਸਿਖਾਉਣਾ ਚਾਹੁੰਦੇ ਨੇ, ਪਰ ਆਪਾਂ ਉਹ ਸਿੱਖਣਾ ਜੋ ਸਾਡਾ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਸਿਖਾਉਂਦੇ ਨੇ। ਆਤਮਾ ਤੋਤਾ ਹੈ, ਸਰੀਰ ਪਿੰਜਰਾ ਹੈ। ਕਬੀਰ ਸਾਹਿਬ ਨੇ ਤਾਂ ਬਾਹਲੀ ਸੋਹਣੀ ਉਦਾਹਰਨ ਦਿੱਤੀ ਹੈ ਇਹਦੇ ਨੂੰ ਲੈ ਕੇ, ਕਹਿੰਦੇ ਕਿ ਚਿਰਗਟ ਚਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੂਟੀ। ਕਹਿੰਦੇ ਨੇ ਕਿ ਪਿੰਜਰਾ ਹੁੰਦਾ, ਪਿੰਜਰੇ ਵਿੱਚ ਤੋਤਾ ਹੁੰਦਾ, ਬਿੱਲੀ ਆਉਂਦੀ ਆ ਤੇ ਤੋਤੇ ਨੂੰ ਫੜ ਕੇ ਲੈ ਜਾਂਦੀ ਆ, ਪਿੰਜਰਾ ਖਾਲੀ ਪਿਆ ਰਹਿ ਜਾਂਦਾ। ਉਦਾਹਰਨ ਦੇ ਦਿੱਤੀ ਬਿੱਲੀ ਦੀ, ਕਹਿ ਦਿੱਤਾ ਮੌਤ ਨੂੰ, ਮੌਤ ਆਉਂਦੀ ਆ, ਆਤਮਾ ਨੂੰ ਵਿਆਹ ਕੇ ਲੈ ਜਾਂਦੀ ਆ, ਪਿੰਜਰਾ ਖਾਲੀ ਪਿਆ ਰਹਿ ਜਾਂਦਾ। ਪਿੰਜਰਾ ਠੂਠੀ, ਉਹ ਬਰਤਨ ਜੀ 'ਚ ਪਾਣੀ ਪਾਇਆ ਹੁੰਦਾ। ਪਿੰਜਰਾ ਸਰੀਰ ਵੀ ਪਿਆ ਰਹਿ ਜਾਂਦਾ। ਘਰ ਬਾਰ ਇਹ ਠੂਠੀ ਕਹਿ ਦਿੱਤੀ ਉਹਨਾਂ ਨੇ, ਆ ਠੂਠੀਆਂ ਹੀ ਆ ਸਾਰੀਆਂ ਜੋ ਆਪਾਂ ਵਰਤਦੇ ਹਾਂ। ਘਰ ਮਕਾਨ ਕੋਠੀ ਗੱਡੀਆਂ, ਠੂਠੀ ਵੀ ਪਈ ਰਹਿ ਗਈ, ਪਿੰਜਰਾ ਵੀ ਪਿਆ ਰਹਿ ਗਿਆ। ਤੋਤੇ ਨੂੰ ਬਿੱਲੀ ਲੈ ਗਈ ਆ। ਸੂਵਟ ਪਿੰਜਰ ਪ੍ਰੇਮ ਕੈ ਬੋਲੇ ਬੋਲਣ ਹਾਰ, ਸਰੀਰ ਵੀ ਇੱਕ ਪਿੰਜਰਾ ਹੈ, ਆਤਮਾ ਉਹਦੇ ਵਿੱਚ ਰਹਿਣ ਵਾਲਾ ਤੋਤਾ ਹੈ। ਪਰ ਤੋਤਾ ਉਹ ਸਿੱਖਣਾ ਚਾਹੁੰਦਾ ਜੋ ਮਾਲਕ ਚਾਹੁੰਦਾ ਹੈ। ਫਿਰ ਆਪਾਂ ਕਹਿੰਦੇ ਆ ਵੀ ਇਹ ਮਿੱਠਾ ਬੋਲਦਾ ਨਹੀਂ, ਤਾਂ ਫਿਰ ਜੇ ਤੁਸੀਂ ਉਹ ਸਿੱਖ ਲਓਗੇ ਜੋ ਮਾਲਕ ਨਹੀਂ ਸਿਖਾਉਂਦਾ ਤਾਂ ਫਿਰ ਉਹ ਥੋੜ੍ਹਾ ਗਲਤ ਹੋ ਜਾਏਗਾ, ਮਰਿਆਦਾ ਤੋਂ ਉਲਟ ਹੋ ਜਾਏਗਾ। ਪੰਜਵਾਂ ਪੰਛੀ ਮਹਾਰਾਜ ਨੇ ਲਿਆ ਹੈ ਹੰਸ। ਹੰਸ ਦੀ ਬੜੀ ਉਦਾਹਰਨ ਦੇ ਦਿੱਤੀ ਆ। ਕਹਿੰਦੇ ਨੇ ਜੀ ਦਇਆ ਮਇਆ ਸਰਬੱਤਰ, ਪਰਮ ਹੰਸੈ ਰੀਤ। ਹੈ ਇਨਸਾਨ, ਹੰਸ ਵਿੱਚ ਬਹੁਤ ਗੁਣ ਹੁੰਦੇ ਨੇ। ਹੰਸਾਂ ਹੀਰਾ ਮੋਤੀ ਚੁਗਣਾ, ਬਗ ਡੱਡਾਂ ਭਾਲਣ ਜਾਵੇ। ਹੰਸ ਕਦੇ ਵੀ ਗਲਤ ਸੰਗਤ ਨਹੀਂ ਕਰਦੇ, ਹੀਰਿਆਂ ਦੀ ਮੋਤੀਆਂ ਦੀ ਸੰਗਤ ਕਰਦੇ ਨੇ। ਪਹਿਲੀ ਉਦਾਹਰਨ ਇਹ ਆ ਉਹਦੀ। ਹੰਸ ਸਾਰੀ ਜ਼ਿੰਦਗੀ ਇੱਕ ਹੀ ਉਹਨਾਂ ਦਾ ਜੀਵਨ ਸਾਥੀ ਹੁੰਦਾ, ਉਹਦੇ ਨਾਲ ਨਿਰਵਾਹ ਕਰਦੇ ਨੇ। ਹੰਸ ਵਿੱਚ ਇਹ ਗੁਣ ਆ ਬਾਹਰੀ ਤੌਰ 'ਤੇ ਕਿ ਜਿਹੜਾ ਉਹਦਾ ਜੀਵਨ ਸਾਥੀ ਹੁੰਦਾ ਹੈ, ਹੰਸਣੀ ਦਾ ਹੰਸ, ਤੇ ਉਹ ਇੱਕੋ ਹੀ ਦੇ ਨਾਲ ਜੀਵਨ ਨਿਰਵਾਹ ਕਰਦੇ ਨੇ, ਹੋਰਾਂ ਦੇ ਵੱਲ ਨਹੀਂ ਤੱਕਦੇ। ਹੇ ਇਨਸਾਨ, ਤੂੰ ਹੰਸ ਤੋਂ ਵੀ ਉੱਪਰ ਹੋ ਜਾ, ਪਰਮ ਹੰਸੈ ਰੀਤ। ਗੁਰੂ ਅਰਜਨ ਦੇਵ ਜੀ ਕਹਿੰਦੇ ਤੂੰ ਪਰਮ ਹੰਸ ਬਣ ਜਾ।
ਇੱਕ ਹੰਸ ਤਾਂ ਹੰਸ ਹੈ, ਉਹ ਤਾਂ ਪੰਛੀ ਹੋ ਕੇ ਹੰਸ ਆ। ਤੂੰ ਉਦੋਂ ਵੀ ਕੁਝ ਉੱਪਰ ਕਰ, ਦਇਆ ਕਰ ਕਿਸੇ ਤੇ, ਮਾਇਆ ਕਰ ਜੀਆਂ ਤੇ, ਤਰਸ ਕਰ। ਜੇ ਤੇਰੇ ਕੋਲ ਪੈਸੇ ਆ ਤੇ ਉਹਨੇ ਨਾਲ ਗਰੀਬਾਂ ਦੀ ਮਦਦ ਕਰ ਦੇ। ਜੇ ਤੇਰੇ ਕੋਲ ਮੁਸਕਰਾਹਟ ਆ ਉਹ ਵੰਡ ਲਾ। ਆਪਦੇ ਜੀਵਨ ਸਾਥੀ ਤੋਂ ਬਿਨਾਂ ਹੋਰ ਕਿਸੇ ਵੱਲ ਤੱਕੀ ਨਾ, ਇਵੇਂ ਤੂੰ ਪਰਮਹੰਸ ਬਣ ਜਾਵੇਂਗਾ। ਇਹ ਪੰਜਵੀਂ ਉਦਾਹਰਨ ਮਹਾਰਾਜ ਨੇ ਪੰਛੀ ਦੀ ਦੇ ਦਿੱਤੀ ਆ। ਛੇਵੀਂ ਉਦਾਹਰਨ ਹੈ ਕਾਂ। ਇਹ ਸਭ ਦੇ ਬਨੇਰਿਆਂ ਤੇ ਬੋਲਦਾ ਹੈ। ਮਹਾਰਾਜ ਨੇ ਇਹਦੇ ਵਿੱਚੋਂ ਬਹੁਤ ਸੋਹਣੀ ਉਦਾਹਰਨ ਲਈ ਆ। ਨਾਨਕ ਅਣਦਿਨ ਬਿਲਪ ਤੇ ਜਿਉਂ ਸੂਈਐ ਕਰ ਕਾਓ। ਕਹਿੰਦੇ ਕਾਂ ਹੁੰਦਾ ਹੈ, ਉਹ ਘਰੇ ਜਾ ਕੇ ਬਨੇਰੇ ਤੇ ਬਹਿ ਜਾਵੇ ਜਿੱਥੇ ਕੋਈ ਨਹੀਂ ਵਸਦਾ, ਤੇ ਉਹ ਬੋਲ ਰਿਹਾ, ਕਾਂ ਨੂੰ ਕੋਈ ਨਹੀਂ, ਕੁਝ ਨਹੀਂ ਮਿਲੇਗਾ। ਨਾਨਕ ਅਨਦਿਨ ਬਿਲਪ ਤੇ ਜਿਉਂ ਸੁਈਐ ਕਰ ਕਾਓ। ਸੁੰਨਿਆਂ ਘਰਾਂ ਵਿੱਚ ਕਾਂ ਨੂੰ ਕੀ ਮਿਲਣਾ? ਕੁਝ ਵੀ ਨਹੀਂ ਮਿਲਣਾ। ਜੇ ਵਸਦੇ ਘਰਾਂ ਵਿੱਚ ਆਊਗਾ, ਕਾਂ ਕਰੂਗਾ, ਉਹਨੂੰ ਹੋ ਸਕਦਾ ਕੋਈ ਰੋਟੀ ਪਾ ਦੇਵੇ, ਕਿ ਪਾ ਦਿੰਦੇ ਨੇ, ਤਰਸ ਕਰ ਲੈਂਦੇ ਨੇ ਕਿ ਰੱਬ ਦਾ ਹੀ ਜੀ ਆ, ਭਾਵੇਂ ਇਹ ਕੜੱਤਨ ਹੈ ਦੀ ਆਵਾਜ਼, ਪਰ ਹੈ ਤਾਂ ਬਣਾਇਆ ਤਾਂ ਉਹਦਾ ਹੀ ਆ ਨਾ, ਤੇ ਉਹਨੂੰ ਵੀ ਦਾਣਾ ਪਾਣੀ ਪਾ ਦਿੰਦੇ ਨੇ। ਕੋਠਿਆਂ ਤੇ ਗਰਮੀਆਂ 'ਚ ਪਾਣੀ ਰੱਖਣਾ, ਪੰਛੀਆਂ ਨੂੰ ਰੋਟੀ ਪਾਉਣੀ ਚੂਰ ਕੇ। ਦੁਨੀਆ ਦੀਆਂ ਚੰਗੀਆਂ ਆਦਤਾਂ ਵਿੱਚੋਂ ਇੱਕ ਚੰਗੀ ਆਦਤ ਹੈ, ਪਤਾ ਕਿਉਂ? ਅਸੀਂ ਤਾਂ ਖਾ ਪੀ ਕੇ ਮੌਜ ਦੇ ਨਾਲ ਦੁਨੀਆ ਦੇ ਉੱਪਰ ਬੜਾ ਹੀ ਖਲਾਰਾ ਪਾਇਆ ਹੈ। ਪੰਛੀਆਂ ਨੇ ਦਾਣਾ ਚੁੱਕ ਕੇ, ਰੋੜੇ ਚੁੱਕ ਕੇ, ਕੰਕਰ ਚੁੱਕ ਕੇ ਸਾਫ ਸਫਾਈ ਕੀਤੀ ਆ। ਕਾਂ ਸਾਫ ਸਫਾਈ ਕਰਦਾ ਹੈ। ਤੁਸੀਂ ਕਦੇ ਦੇਖਿਓ ਮਰਿਆਂ ਹੋਇਆਂ ਨੂੰ ਸਾਂਭਣ ਵਾਲਾ? ਪੰਛੀ ਜਿਹੜੇ ਮਰ ਜਾਂਦੇ ਨੇ, ਚੂਹੇ ਮਰ ਜਾਂਦੇ ਨੇ, ਇਹਨਾਂ ਦੀ ਸਾਫ ਸਫਾਈ ਇਹੀ ਕਰਦੇ ਨੇ। ਰੋਡ ਤੇ ਮਰੇ ਨਹੀਂ ਹੁੰਦੇ ਕਈ ਵਾਰ, ਇਹ ਬਹੁਤ ਜ਼ਿਆਦਾ ਇਹਦੇ ਵਿੱਚ ਵੀ ਗੁਣ ਆ। ਜੇ ਅਸੀਂ ਦੇਖੀਏ ਤਾਂ ਕਾਂ ਨੂੰ ਮਹਾਰਾਜ ਨੇ ਕਹਿ ਦਿੱਤਾ, ਜੇ ਇਹ ਸੁੰਨਿਆਂ ਘਰਾਂ ਵਿੱਚ ਜਾਵੇ, ਬਨੇਰਿਆਂ ਤੇ ਬੋਲੇ, ਤੈਨੂੰ ਕੀ ਮਿਲਣਾ ਹੈ? ਜਿਹੜਾ ਮਨ ਅੰਦਰੋਂ ਸੁੰਨਾ ਹੈ, ਹੁਣ ਇਹ ਕਹਿ ਦਿੱਤਾ ਮਨ ਨੂੰ, ਜਿਹਦੀ ਆਤਮਾ ਅੰਦਰੋਂ ਸੁੰਨੀ ਆ ਨਾਮ ਤੋਂ ਬਿਨਾਂ, ਉਹ ਕਾਂ ਵਾਂਗ ਕਾਂ ਕਰੇ, ਕਹੇ ਮੈਨੂੰ ਸੁੱਖ ਨਹੀਂ ਮਿਲਦਾ, ਸੁੱਖ ਨਹੀਂ ਮਿਲਦਾ। ਉਹ ਬੋਲ ਹੀ ਉੱਥੇ ਰਿਹਾ ਜਿਹੜੇ ਘਰ ਸੁੰਨੇ ਨੇ ਜਾ ਕੇ। ਅਸੀਂ ਉਹਨਾਂ ਤੋਂ ਸੁੱਖ ਭਾਲਦੇ ਹਾਂ ਜਿਨ੍ਹਾਂ ਦੇ ਅੰਦਰ ਸਖਣੇ ਨੇ ਨਾਮ ਤੋਂ ਬਿਨਾਂ। ਅਸੀਂ ਉਹਨਾਂ ਬਨੇਰਿਆਂ ਤੇ ਜਾ ਕੇ ਬੋਲਦੇ ਹਾਂ ਕਾਂ ਦੇ ਵਾਂਗ ਜਿਨ੍ਹਾਂ ਘਰਾਂ 'ਚ ਕੋਈ ਵਸਦਾ ਨਹੀਂ। ਭਾਵ ਕਿ ਗੁਰੂ ਨੂੰ ਛੱਡ ਕੇ ਕਿਸੇ ਹੋਰ ਬਨੇਰੇ ਤੇ ਜਾ ਕੇ ਬੋਲਣਾ, ਇਹ ਇੱਕ ਉਹ ਕਾਂ ਦੇ ਵਾਂਗ ਆ ਜਿਹੜਾ ਕਹਿੰਦਾ ਮੈਂ ਸੁੰਨੇ ਘਰ ਦੇ ਬਨੇਰੇ ਤੇ ਤਾਂ ਬਹਿ ਗਿਆ, ਹੁਣ ਮੈਨੂੰ ਰੋਟੀ ਕੋਈ ਪਾਊਗਾ। ਜਿਵੇਂ ਉਹ ਭੁੱਲਦਾ ਹੈ, ਇਨਸਾਨ ਤੂੰ ਵੀ ਭੁੱਲਿਆ ਹੈ। ਇਵੇਂ ਮਹਾਰਾਜ ਨੇ ਕਾਂ ਦੀ ਉਦਾਹਰਨ ਦੇ ਦਿੱਤੀ ਆ। 7ਵੇਂ ਨੰਬਰ ਤੇ ਜਿਹੜਾ ਪੰਛੀ ਆਉਂਦਾ ਹੈ, ਉਹ ਘਰਾਂ ਦੇ ਵਿੱਚ ਬਹੁਤਿਆਂ ਨੇ ਰੱਖੇ ਹੁੰਦੇ ਨੇ, ਤੇ ਕਬੂਤਰ ਹੈ ਉਹਦਾ ਨਾਮ। ਮਹਾਰਾਜ ਨੇ ਉਹਨੂੰ ਕਪੋਤ ਲਿਖਿਆ ਹੈ ਬਾਣੀ ਵਿੱਚ। ਬਾਣੀ ਦੀ ਪੰਕਤੀ ਇਉਂ ਹੈ, ਜਿਉਂ ਪੰਖੀ ਕਪੋਤ ਆਪ ਬੁਝਾਇਆ ਮੇਰੀ ਜਿੰਦੜੀਏ, ਤਿਉਂ ਮਨਮੁਖ ਸਭ ਵਸ ਕਾਲੇ ਰਾਮ। ਕਹਿੰਦੇ ਕਬੂਤਰ ਨੂੰ ਲੋਕ ਨਾ ਦਾਣਾ ਪਾ ਕੇ, ਉਹ ਵਿਚਾਰਾ ਲਾਲਚ ਵਿੱਚ ਆ ਜਾਂਦਾ, ਉਹਨੂੰ ਭੁੱਖ ਲੱਗੀ ਹੁੰਦੀ ਆ ਤੇ ਉਹਨੂੰ ਫੜ ਲੈਂਦੇ ਨੇ ਤੇ ਪਿੰਜਰੇ 'ਚ ਪਾ ਲੈਂਦੇ ਨੇ ਤੇ ਬਾਜ਼ੀਆਂ ਤੋਂ ਕਰਵਾਉਂਦੇ ਨੇ। ਉਹ ਵਿਚਾਰੇ ਨੂੰ ਲੱਗਦਾ ਇਹੀ ਮੇਰੀ ਜ਼ਿੰਦਗੀ ਆ। ਪਿੰਜਰਾ ਹੀ ਉਹਨੂੰ ਸੋਹਣਾ ਲੱਗਣ ਲੱਗ ਜਾਂਦਾ। ਪਹਿਲਾਂ ਉਹ ਥੋੜ੍ਹਾ ਮੁਸ਼ਕਲ ਹੁੰਦਾ ਉਹਨੂੰ, ਬਾਅਦ ਵਿੱਚ ਉਹ ਕਹਿੰਦਾ ਨਹੀਂ ਨਹੀਂ ਪਿੰਜਰਾ ਹੀ ਮੇਰੀ ਜ਼ਿੰਦਗੀ ਆ। ਉਹ ਪਿੰਜਰਾ ਖੋਲ੍ਹ ਵੀ ਦਿੰਦੇ ਨੇ, ਉਹ ਫੇਰ ਉੱਡ ਕੇ ਉੱਥੇ ਹੀ ਆ ਜਾਂਦੇ ਆ। ਉਹ ਛਤਰੀ ਤੋਂ ਡਾਉਂਦੇ ਨੇ, ਉਹ ਫੇਰ ਛਤਰੀ ਤੇ ਆ ਕੇ ਬਹਿ ਜਾਂਦਾ। ਇੱਦਾਂ ਇਨਸਾਨ ਨੂੰ ਉਹਦੇ ਵਿਕਾਰ ਹੀ ਪਿਆਰੇ ਲੱਗਣ ਲੱਗ ਜਾਂਦੇ ਨੇ। ਜਿਉਂ ਪੰਖੀ ਕਪੋਤ, ਜਿਵੇਂ ਕਬੂਤਰ ਪੰਛੀ ਹੁੰਦਾ ਹੈ, ਆਪ ਭੁਲਾਇਆ ਮੇਰੀ ਜਿੰਦੜੀਏ, ਸ਼ਿਕਾਰੀ ਉਹਨੂੰ ਫੜ ਲੈਂਦੇ ਨੇ, ਤਿਉਂ ਮਨਮੁਖ ਸਭ ਵਸ ਕਾਲੇ ਰਾਮ। ਇਵੇਂ ਮਨਮੁਖ ਹੋ ਜਾਂਦਾ ਹੈ। ਕਬੂਤਰ ਨੂੰ ਪਿੰਜਰਾ ਪਿਆਰਾ ਲੱਗਦਾ ਹੈ, ਬੰਦੇ ਨੂੰ ਉਹਦੇ ਵਿਕਾਰ ਪਿਆਰੇ ਲੱਗਦੇ ਨੇ। ਇੱਦਾਂ ਦੀ ਜ਼ਿੰਦਗੀ ਹੋ ਜਾਂਦੀ ਆ। ਤਾਂ ਮਹਾਰਾਜ ਨੇ ਸਭ ਤੋਂ ਪਹਿਲਾਂ ਉਦਾਹਰਨ ਦੇ ਦਿੱਤੀ ਆ ਚਿੜੀ ਦੀ। ਦੇਖਣ ਨੂੰ ਬਹੁਤ ਛੋਟੀ ਜਿਹੀ ਆ,
अध गुल्ला चिड़ी का चुगन, गैन चढ़ी बिल लाए। खसमे भावे ओहा चंगी, जे करे खुदाए खुदाए। अद्धा गुल्ली खा के, अद्धा दाना खा के खुश रहिंदी आ, गीत गाउंदी आ। बंदा 3 टाइम रोटी खा के भी खुश नहीं रह सकदा। चिड़ी दी उदाहरण दे दित्ती। चील दी इल दी उदाहरण दूजे नंबर ते, जिथे डिठा मिरत को इल बहैठी आए। इल उड्डदी तां बहुत उच्ची आ, पर डिगदी आके मरे हुए जीआं ते आ, ढोरां ते आ। बंदा गल्लां बहुत ਉੱਚੀਆਂ कर ਜਾਂਦਾ कई वार। कई लोकां ਦੀਆਂ सिर्फ गल्लां ही चंगीਆਂ ਹੁੰਦੀਆਂ, पर ਉਹ ਆਪ नहीं चंगे ਹੁੰਦੇ। ਡਿੱਗਣਾ ਉਹਨੇ ਵੀ ਐਲ ਵਾਂਗੂ ਉੱਥੇ ਆ ਕੇ ਹੁੰਦਾ ਜਿੱਥੇ ਮਰਿਆ ਹੋਇਆ ਜਿਵੇਂ ਜੀਵ ਹੁੰਦਾ ਹੈ। ਤੀਸਰੀ ਉਦਾਹਰਨ ਗਿੱਧ ਦੀ ਦੇ ਦਿੱਤੀ ਸੀ। ਚਾਨੇ ਨੂੰ ਮਹਾਰਾਜ ਨੇ ਲਿਖਿਆ, ਜਿਵੇਂ ਉਹ ਉੱਡਦੇ ਸ਼ਿਕਾਰੀਆਂ ਨੂੰ, ਪੰਛੀਆਂ ਨੂੰ ਫੜ ਲੈਂਦਾ, ਮੌਤ ਵੀ ਬੰਦਿਆ ਤੇਰੇ ਉੱਪਰ ਉੱਡੀ ਫਿਰਦੀ ਆ। ਚੌਥੀ ਉਦਾਹਰਨ ਤੋਤੇ ਦੀ ਦੇ ਦਿੱਤੀ ਆ। ਤੋਤੇ ਨੂੰ ਫੜ ਕੇ ਲੋਕ ਉਹ ਤੋਂ ਬੋਲੀ ਬੁਲਵਾਉਂਦੇ ਨੇ, ਪਿੰਜਰੇ 'ਚ ਰੱਖਦੇ ਨੇ। ਸਰੀਰ ਵੀ ਇੱਕ ਪਿੰਜਰਾ ਹੀ ਆ, ਆਤਮਾ ਇੱਕ ਤੋਤਾ ਹੈ, ਪਰ ਅਸੀਂ ਉਹ ਸਿੱਖਣਾ ਜਿਹੜਾ ਸਾਡਾ ਗੁਰੂ ਸਿਖਾਉਂਦਾ ਹੈ। ਤੇ ਪੰਜਵੀਂ ਉਦਾਹਰਨ ਹੰਸ ਦੀ ਦੇ ਦਿੱਤੀ ਮਹਾਰਾਜ ਨੇ ਕਿ ਉਹ ਤਾਂ ਆਪਦੇ ਜੀਵਨ ਸਾਥੀ ਤੋਂ ਬਿਨਾਂ ਕਿਸੇ ਵੱਲ ਤੱਕਦਾ ਤੱਕ ਨਹੀਂ ਹੈਗਾ। ਤੂੰ ਤਾਂ ਬੰਦਾ ਹੈ, ਉਹ ਤਾਂ ਪੰਛੀ ਆ, ਤੇ ਤੂੰ ਦਇਆ ਕਰਕੇ ਪਰਮਹੰਸ ਬਣ ਜਾ। ਹੰਸ ਤਾਂ ਹੰਸ ਹੈ, ਤੂੰ ਪਰਮਹੰਸ ਬਣ। ਛੇਵੀਂ ਉਦਾਹਰਨ ਕਾਂ ਦੀ ਆ ਕਿ ਕਿਸੇ ਹੋਰ ਬਨੇਰੇ 'ਤੇ ਜਾ ਕੇ ਬੋਲੋਗੇ, ਹੋਰ ਕੁਝ ਸੁੱਖ ਭਾਲੋਗੇ, ਸੁੰਨੇ ਘਰਾਂ 'ਚੋਂ ਨਹੀਂ ਮਿਲੇਗਾ। ਗੁਰੂ ਮਹਾਰਾਜ ਦਾ ਉਹ ਬਨੇਰਾ ਜਿੱਥੇ ਦੁਨੀਆ ਦੇ ਸਰਬ ਸੁੱਖਾਂ ਕਾ ਦਾਤਾ ਸਤਿਗੁਰ ਹੈ, ਤਾਂ ਕੀ ਸ਼ਰਣੀ ਪਾਈਏ। ਜੇ ਗਾਉਣੀ ਗਾਉਣੇ ਨੇ ਤੇ ਇੱਥੇ ਆ ਕੇ ਗਾਓ, ਸਭ ਮਿਲੇਗਾ। ਸੱਤਵੀਂ ਉਦਾਹਰਨ ਗੁਰੂ ਮਹਾਰਾਜ ਨੇ ਕਬੂਤਰ ਦੀ ਦਿੱਤੀ ਆ, ਤੇ ਉਹਨੂੰ ਕਪੋਤ ਲਿਖਿਆ ਬਾਣੀ ਦੇ ਵਿੱਚ। ਜਿਵੇਂ ਲੋਕ ਉਹਨੂੰ ਵਿਚਾਰੇ ਨੂੰ ਦਾਣਾ ਪਾ ਕੇ ਫਸਾ ਲੈਂਦੇ ਆ, ਖੁੱਡਾ ਹੀ ਉਹਨੂੰ, ਫਿਰ ਉਹ ਛਤਰੀ ਹੀ ਉਹਨੂੰ ਲੱਗਦਾ ਵੀ ਇਹੀ ਲਾਈਫ ਆ ਮੇਰੀ। ਤੇ ਉਵੇਂ ਬੰਦਾ ਵਿਕਾਰਾਂ 'ਚ ਫਸਿਆ ਹੋਇਆ ਕਹਿ ਦਿੰਦਾ ਬਸ ਆਹੀ ਮੇਰੀ ਜ਼ਿੰਦਗੀ ਆ, ਉਹ ਫਿਰ ਗੁਰੂ ਨਾਲ ਜੁੜ ਨਹੀਂ ਪਾਉਂਦਾ। ਤਾਂ ਇਹ ਤਾਂ ਮੈਂ 7 ਪੰਛੀ ਚੁਣੇ ਨੇ, ਤੇ ਘੱਟੋ ਘੱਟ 50 ਦੇ ਕਰੀਬ ਪੰਛੀ ਆ ਜਿਨ੍ਹਾਂ ਦੇ ਨਾਮ ਬਾਣੀ ਚਾਹੁੰਦੇ ਨੇ। ਜਿਵੇਂ ਕਿ ਆਪਣੇ ਕੋਲ ਸਮਾਂ ਹੁੰਦਾ ਉਸ ਹਿਸਾਬ ਨਾਲ ਮੈਂ, ਜਿਵੇਂ ਗੁਰੂ ਬੁਲਾਉਂਦਾ ਹੈ ਉਸ ਹਿਸਾਬ ਨਾਲ ਹੀ ਬੋਲਿਆ ਜਾਂਦਾ ਹੈ। ਸਮੇਂ ਦੀ ਨਿਜਾਗਤ ਨੂੰ ਦੇਖ ਕੇ ਤਾਂ ਗੁਰੂ ਰਾਮਦਾਸ ਜੀ ਨੇ ਆਖਿਆ ਹੈ, ਹਰ ਜਨ ਰਾਮ ਨਾਮ ਗੁਣ ਗਾਵੇ। ਇੱਥੇ ਆ ਕੇ ਸਾਰੀ ਗੱਲ ਨਿਬੜ ਜਾਂਦੀ ਆ। ਪੰਛੀ ਸਾਡੇ ਇਰਦ ਗਿਰਦ ਉੱਡਦੇ ਨੇ, ਕਬੂਤਰ, ਚਿੜੀਆਂ, ਕਾਂ, ਉੱਲੂ, ਇਹ ਸਾਰੇ ਉੱਡਦੇ ਨੇ, ਪਰ ਅਸੀਂ ਉਹਨਾਂ ਤੋਂ ਸਿੱਖ ਪਤਾ ਕਿਉਂ ਨਹੀਂ ਪਾਉਂਦੇ, ਰਾਮ ਨਾਮ ਦੇ ਗੁਣ ਨਹੀਂ ਗਾਉਂਦੇ। ਪੰਛੀਆਂ ਤੋਂ ਵੀ ਉਹ ਬੰਦੇ ਸਿੱਖੂਗਾ ਜਿਹੜਾ ਰੱਬ ਦੇ ਗੁਣ ਗਾਊਗਾ। ਜਿਹੜੇ ਰੱਬ ਦੇ ਗੁਣ ਨਹੀਂ ਗਾਊਗਾ, ਉਹਨੇ ਭਾਵੇਂ ਕਬੂਤਰ ਘਰ 'ਚ ਰੱਖੇ ਆ, ਉਹਨੇ ਕੁਝ ਸਿੱਖਣਾ ਹੀ ਨਹੀਂ ਉਹ ਤੋਂ। ਤਾਂ ਸਾਰੀ ਗੱਲ ਸੰਗਤ 'ਤੇ ਆ ਕੇ ਡਿਪੈਂਡ ਹੁੰਦੀ ਆ। ਸੰਗਤ ਬੰਦਾ ਜਦੋਂ ਕਰਨ ਲੱਗ ਜਾਂਦਾ, ਉਹ ਤਾਂ ਸੁੱਕੇ ਹੋਏ ਪੱਤੇ ਤੋਂ ਵੀ ਸਿੱਖ ਲੈਂਦਾ ਹੈ। ਮੈਂ ਵੀ ਐਵੇਂ ਸੁੱਕ ਜਾਣਾ ਇੱਕ ਦਿਨ। ਗੱਲ ਸਾਰੀ ਸੰਗਤ ਦੀ ਆ। ਇਹ ਪੰਛੀ ਤਾਂ ਮਹਾਰਾਜ ਨੇ ਉਦਾਹਰਨਾਂ ਹੀ ਦਿੱਤੀਆਂ ਨੇ ਵੀ ਤੁਸੀਂ ਇਹਨਾਂ ਤੋਂ ਥੋੜ੍ਹਾ ਬਹੁਤਾ ਕੁਝ ਸਿੱਖ ਸਕੋ, ਸੌਖਾ ਹੋ ਜੇ ਕਹਿਣ ਦਾ ਤਰੀਕਾ। ਪਰ ਅਸਲੀ ਚੀਜ਼ ਸੰਗਤ ਹੀ ਆ। ਜਿਹੜਾ ਬੰਦਾ ਸੰਗਤ ਕਰਦਾ ਉਹ ਕਹੂਗਾ। ਮਹਾਤਮਾ ਬੁੱਧ ਜੀ ਦਾ ਇੱਕ ਕਥਨ ਮੈਨੂੰ ਬਹੁਤ ਪਿਆਰਾ ਲੱਗਦਾ ਹੈ। ਕਹਿੰਦੇ, ਬੰਦਿਆ ਤੂੰ ਬਾਹਲਾ ਟੇਢਾ ਹੋ ਕੇ ਨਾ ਤੁਰ। ਮਹਾਰਾਜ ਵੀ ਇਹ ਪੰਗਤੀ ਆ। ਕਹਿੰਦੇ ਜਲਦੀ ਹੀ ਇੱਕ ਦਿਨ ਆ ਜਾਵੇਗਾ ਜਦੋਂ ਤੂੰ ਬੇਸੁੱਧ ਜੀ ਲੱਕੜੀ ਦੇ ਵਾਂਗ ਧਰਤੀ 'ਤੇ ਪਿਆ ਹੋਵੇਂਗਾ। ਜਦੋਂ ਤੂੰ ਸੁੱਕੀ ਹੋਈ ਲੱਕੜ ਦੇ ਵਾਂਗ ਧਰਤੀ 'ਤੇ ਪਿਆ ਹੋਵੇਂਗਾ, ਉਹ ਦਿਨ ਬਹੁਤੀ ਦੂਰ ਨਹੀਂ। ਤਾਂ ਬਾਹਲਾ ਹੰਕਾਰ ਨਾ ਕਰ। ਬਾਣੀ ਵਿੱਚ ਇਵੇਂ ਲਿਖਿਆ ਹੈ, ਚਲਤ ਕਤ ਟੇਢੇ ਟੇਢੇ ਟੇਢੇ, 3 ਵਾਰੀ ਲਿਖਿਆ ਹੈ ਟੇਢੇ। ਅਸਤ ਚਮ ਬਿਸ਼ਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਡੇ। ਹੇ ਦੁਰਗੰਧ ਦੇ ਭਰੇ ਹੋਏ ਘਰ, ਤੇਰੇ ਕੰਨਾਂ ਦੇ ਵਿੱਚ ਮੈਲ ਆ, ਨਾਸਕਾ ਵਿੱਚ ਮੈਲ ਆ। ਮਹਾਰਾਜ ਨੇ ਤਾਂ ਬਹੁਤ ਚੀਜ਼ਾਂ ਲਿਖੀਆਂ ਹੋਈਆਂ ਨੇ। ਤੂੰ ਦੁਰਗੰਧ ਦਾ ਭਰਿਆ ਹੋਇਆ ਘਰ ਆ, ਤੇ ਪਰ ਤੂੰ ਟੇਢਾ ਕਿਉਂ ਚੱਲਦਾ ਹੈ, ਇੰਨਾ ਹੰਕਾਰ ਕੇ ਕਿਉਂ ਤੁਰਦਾ ਹੈ। ਇਹ ਮਹਾਰਾਜ ਨੇ ਸਿੱਖਿਆ ਦਿੱਤੀ ਆ।
ਪੱਲੇ ਬੰਨੀਏ। ਸੰਗਤ ਕਰਾਂਗੇ ਤੇ ਪੰਛੀਆਂ ਤੋਂ ਵੀ ਸਿੱਖ ਲਾਂਗੇ, ਸੰਗਤ ਨਹੀਂ ਕਰਾਂਗੇ ਭਾਵੇਂ ਬਨੇਰੇ ਤੇ ਕਾਂ ਬੋਲੀ ਜਾਂਦਾ, ਚਾਹੇ ਛਤਰੀ ਤੇ ਕਬੂਤਰ ਬੈਠਾ, ਚਾਹੇ ਚਿੜੀ ਇਰਦ ਗਿਰਦ ਉੱਡ ਰਹੀ ਆ, ਚਾਹੇ ਫੁੱਲ ਖਿੜੇ ਨੇ, ਕੁਝ ਨਾ ਸਿੱਖ ਪਾਵਾਂਗੇ। ਸੰਗਤ ਹੀ ਸਭ ਤੋਂ ਵੱਡੀ ਆ ਪਿਆਰਿਓ। ਅੱਜ ਦੇ ਦੀਵਾਨ ਵਿੱਚ ਇਤਨਾ ਹੀ। ਗੁਰੂ ਮਹਾਰਾਜ ਦੀ ਸ਼ਾਨ ਬਹੁਤ ਉੱਚੀ ਹੈ, ਬੋਲਦਿਆਂ ਇੱਕ ਨਹੀਂ ਬਹੁਤ ਭੁੱਲਾਂ ਹੋ ਗਈਆਂ ਹਨ। ਆਪ ਜੀ ਅੱਗੇ ਵਾਸਤੇ ਅਸੀਸ ਬਖਸ਼ੋ। ਆਓ ਰਲ ਕੇ ਆਪਾਂ ਪਿਆਰ ਦੇ ਨਾਲ ਵਾਹਿਗੁਰੂ ਸਤ ਕਰਤਾਰ ਜੀ ਨੂੰ ਯਾਦ ਕਰੀਏ ਜੀ। ਦੇਹੋ ਸੱਜਣ ਸੀਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ